ਕੇਂਦਰ ਸਰਕਾਰ ਦੇ ਖਿਲਾਫ ਮੱਥਾ ਲਾਉਣ ਵਾਲੇ ਕਿਸਾਨ ਇੱਕ ਵਾਰ ਫਿਰ ਸਰਕਾਰਾਂ ਦੇ ਲਈ ਚੇਤਾਵਨੀ ਪੇਸ਼ ਕਰ ਰਹੇ ਹਨ। ਜਿਹੜੇ ਸਾਡੇ ਹਾਕਮ ਚੁਣ ਕੇ ਆਉਂਦੇ ਆ ਉਹ ਜਿਹੜੇ ਲੋਕਾਂ ਨਾਲ ਵਾਅਦੇ ਕਰਦੇ ਆ, ਜਿਹੜੀਆਂ ਸੰਵਿਧਾਨ ਸਮਾਂ ਖਾ ਕੇ ਉਹ ਨੁਮਾਇੰਦੇ ਬਣਦੇ ਆ ਲੋਕਾਂ ਦੇ, ਚਾਹੇ ਪਾਰਲੀਮੈਂਟ ਦੇ ਹੋਣ ਚਾਹੇ ਵਿਧਾਨ ਸਭਾ ਦੇ ਹੋਣ, ਉਹ ਉਹਨਾਂ ਨੂੰ ਵਫਾ ਨਹੀਂ ਕਰਦੇ ਹੈਗੇ। ਦਿਨ ਰਾਤ ਕੰਮ ਅਸੀਂ ਕਰਦੇ ਆ, ਵਿਵਸਥਾ ਸਾਰੀ ਸਾਡੇ ਦੁਆਲੇ ਚੱਲਦੀ ਆ, ਅਸੀਂ ਕਰਜ਼ਾਈ ਹੁੰਨੀ ਜਾਂਦੇ ਆ ਤੇ ਜਿਹੜੇ ਹਾਕਮ ਸਾਡੇ 5 ਸਾਲਾਂ ਬਾਅਦ ਕੋਈ ਵੀ ਅਸੀਂ ਚੁਣਦੇ ਆ ਉਹ ਜਦੋਂ ਰਿਟਰਨ ਭਰਦੇ ਆ ਤਾਂ ਅਮੀਰ ਹੋਈ ਜਾ। 26 ਜਨਵਰੀ ਨੂੰ ਜਿੱਥੇ ਰਿਪਬਲਿਕ ਡੇ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਕਿਸਾਨ ਆਗੂਆਂ ਦੇ ਵੱਲੋਂ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਇਹ ਤਿਆਰੀ ਕੀਤੀ ਜਾ ਰਹੀ ਹੈ ਕਿ ਜੰਡਿਆਲਾ ਗੁਰੂ ਦੇ ਵਿੱਚ ਇੱਕ ਵੱਡਾ ਇਕੱਠ ਕਿਸਾਨਾਂ ਦਾ ਕਰਕੇ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੱਕ ਇਹ ਆਵਾਜ਼ ਪਹੁੰਚਾਈਏ ਕਿ ਤੁਸੀਂ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਵਫਾ ਨਹੀਂ ਕੀਤੇ ਤੁਸੀਂ ਸਾਡੇ ਨਾਲ। ਉਹ ਕਲਚਰ ਕਿਸਾਨਾਂ ਦੇ ਗੀਤਾਂ ਵਾਲਾ ਆ ਗਿਆ, ਲੋਕ ਪੱਖੀ ਗੀਤਾਂ ਵਾਲਾ ਆ ਗਿਆ, ਬਹੁਤ ਕੁਝ ਕਰਤਾ। ਇੱਕ ਲੋਕਾਂ ਦੇ ਵਿੱਚ ਯੂਨਾਈਟਿਡ ਏਕਤਾ ਪੈਦਾ ਕਰਕੇ ਰੱਖਦੀ ਦੇਸ਼ ਪ੍ਰਤੀ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਤਿੰਦਰ ਸਿੰਘ। ਅੱਜ ਗੱਲ ਸਿਆਸਤਦਾਨਾਂ ਦੀ ਜਿੱਥੇ ਕਰਾਂਗੇ ਤਾਂ ਉੱਥੇ ਹੀ ਨਾਲ ਦੀ ਨਾਲ ਗੱਲ ਹੋਊਗੀ ਕਿਸਾਨਾਂ ਦੀ, ਕਿਉਂਕਿ ਇੱਕ ਪਾਸੇ ਜਿੱਥੇ ਸਿਆਸਤਦਾਨ ਆਪਣੇ ਖੰਭ ਖਿਲਾਰ ਰਹੇ ਨੇ, ਲੋਕਾਂ ਤੱਕ ਪਹੁੰਚ ਕਰ ਰਹੇ ਨੇ, ਵੋਟਾਂ ਮੰਗ ਰਹੇ ਨੇ ਤਾਂ ਜੋ ਜਲਦ ਤੋਂ ਜਲਦ ਉਹ ਸੱਤਾ ਹਾਸਲ ਕਰ ਸਕਣ ਤੇ ਫਿਰ ਆਪਣੇ ਮਨਾਈਆਂ ਕਰ ਸਕਣ। ਵਾਅਦੇ ਬਹੁਤ ਕਰ ਰਹੇ ਨੇ, ਦਾਅਵੇ ਬਹੁਤ ਕਰ ਰਹੇ ਨੇ, ਪਰ ਦੂਸਰੇ ਪਾਸੇ ਕੇਂਦਰ ਸਰਕਾਰ ਦੇ ਖਿਲਾਫ ਮੱਥਾ ਲਾਉਣ ਵਾਲੇ ਕਿਸਾਨ ਇੱਕ ਵਾਰ ਫਿਰ ਸਰਕਾਰਾਂ ਦੇ ਲਈ ਚੇਤਾਵਨੀ ਪੇਸ਼ ਕਰ ਰਹੇ ਆ, ਸਰਕਾਰਾਂ ਨੂੰ ਚੁਣੌਤੀ ਦਿੰਦੇ ਨਜ਼ਰ ਆ ਰਹੇ ਆ। ਕੱਲ ਦਾਅਵਾ ਕੀਤਾ ਜਾ ਰਿਹਾ ਕਿ ਜੰਡਿਆਲਾ ਗੁਰੂ ਦੇ ਵਿੱਚ ਇੱਕ ਵਾਰ ਫਿਰ ਕਿਸਾਨਾਂ ਦਾ ਇਕੱਠ ਹੋਵੇਗਾ ਔਰ ਲੱਖਾਂ ਦੀ ਗਿਣਤੀ ਕਿਸਾਨਾਂ ਦੀ ਉੱਥੇ ਹੋਵੇਗੀ। ਦਾਅਵਾ ਕਿੰਨਾ ਕੁ ਸੱਚਾ ਆ, ਕਿੰਨੀ ਕੁ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਣਗੇ, ਕਿਸਾਨਾਂ ਦੀਆਂ ਸਰਕਾਰ ਦੇ ਖਿਲਾਫ ਮੰਗਾਂ ਕੀ ਹੋਣਗੀਆਂ, ਇਹ ਰੈਲੀ ਕਿਉਂ ਕੀਤੀ ਜਾ ਰਹੀ ਹੈ ਇੱਕ ਵਾਰ ਫਿਰ, ਕਿਉਂਕਿ ਚੋਣਾਂ ਦੇ ਦਿਨ ਬਹੁਤ ਨੇੜੇ ਹੈ। ਇੱਕ ਪਾਸੇ ਜਿੱਥੇ ਲੋਕ ਚੋਣਾਂ ਨੂੰ ਲੈ ਕੇ ਸਰਗਰਮ ਨਜ਼ਰ ਆ ਰਹੇ ਨੇ, ਆਪੋ ਆਪਣੇ ਵਿਧਾਇਕਾਂ ਨੂੰ ਜਿਤਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ, ਤਾਂ ਉੱਥੇ ਦੂਸਰੇ ਪਾਸੇ ਇਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਵੱਡੀ ਰੈਲੀ, ਵੱਡਾ ਇਕੱਠ ਕਿਉਂ ਰੱਖ ਦਿੱਤਾ ਗਿਆ। ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ। ਕੀ ਚਾਹੁੰਦੇ ਆ ਕਿਸਾਨ, ਕਿਉਂ ਹੁਣ ਤੱਕ ਉਹਨਾਂ ਦੀਆਂ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਗਈਆਂ, ਕਿਹੜੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਪ੍ਰਧਾਨ ਮੰਤਰੀ ਮੋਦੀ ਜਦੋਂ ਪੰਜਾਬ ਆਏ ਸੀ ਤਾਂ ਉਸ ਸਮੇਂ ਜਿਹੜੇ ਪਰਚੇ ਦਰਜ ਕਰਨ ਦੀ ਗੱਲ ਕਹੀ ਗਈ ਸੀ, ਕਿੰਨਾ ਕਿਸਾਨਾਂ ਦੇ ਉੱਤੇ ਉਹ ਪਰਚੇ ਦਰਜ ਹੋਏ ਹੈ ਔਰ ਕੀ ਕੁਝ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ, ਪੁਲਿਸ ਦੇ ਵੱਲੋਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ। ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਔਰ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਹੋਣਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਗੱਲਾਂ ਕਰਾਂਗੇ ਉਹਨਾਂ ਦੇ ਨਾਲ। ਉਹਨਾਂ ਤੋਂ ਜਾਣਾਂਗੇ ਕਿ ਕਿਉਂ ਰੈਲੀ ਜਿਹੜੀ ਜੰਡਿਆਲਾ ਗੁਰੂ ਦੇ ਵਿੱਚ ਰੱਖ ਦਿੱਤੀ ਗਈ ਹੈ ਔਰ ਵੱਡਾ ਇਕੱਠ ਉਹਨਾਂ ਵੱਲੋਂ ਬੁਲਾਇਆ ਗਿਆ। ਸਭ ਤੋਂ ਪਹਿਲਾਂ ਸਵਾਗਤ ਹੈ ਪੰਧੇਰ ਸਾਹਿਬ ਸਾਡੇ ਚੈਨਲ ਦੇ ਉੱਤੇ ਤੁਹਾਡਾ ਜੀ। ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਪੰਧੇਰ ਸਾਹਿਬ, ਰੈਲੀ ਇੱਕ ਵਾਰ ਫਿਰ ਰੱਖ ਦਿੱਤੀ ਗਈ ਹੈ, ਲੱਖਾਂ ਦਾ ਦਾਅਵਾ ਤੁਸੀਂ ਕੀਤਾ ਕਿ ਇਕੱਠ ਜਿਹੜਾ ਉੱਥੇ ਕਿਸਾਨਾਂ ਦਾ ਹੋਵੇਗਾ। ਕਿਉਂ ਲੋੜ ਪੈ ਗਈ ਕਿ ਇੱਕ ਵਾਰ ਫਿਰ ਸਰਕਾਰਾਂ ਦੇ ਖਿਲਾਫ ਅਸੀਂ ਇਕੱਠੇ ਹੋਈਏ? ਕਿਉਂ ਲੱਗਦਾ ਕਿ ਹਾਲੇ ਇਲੈਕਸ਼ਨਾਂ ਤੋਂ ਪਹਿਲਾਂ ਸਾਨੂੰ ਇਸ ਤਰ੍ਹਾਂ ਦੇ ਇਕੱਠ ਜਿਹੜੇ ਆ ਉਹ ਹੋਰ ਕਰਨੇ ਚਾਹੀਦੇ ਆ? ਦੇਖੋ, ਜੋ ਅਸੀਂ ਵਰਤਮਾਨ ਸਮੇਂ 'ਚ ਜਾਂ ਪਿਛਲੇ 75 ਸਾਲਾਂ 'ਚ ਇੱਕ ਤਜਰਬਾ ਦੇਖਦੇ ਆ, ਹਰ 5 ਸਾਲਾਂ ਬਾਅਦ ਜਿਹੜੇ ਸਾਡੇ ਹਾਕਮ ਚੁਣ ਕੇ ਆਉਂਦੇ ਆ ਉਹ ਜਿਹੜੇ ਲੋਕਾਂ ਨਾਲ ਵਾਅਦੇ ਕਰਦੇ ਆ, ਜਿਹੜੀਆਂ ਸੰਵਿਧਾਨ ਸਮਾਂ ਖਾ ਕੇ ਉਹ ਨੁਮਾਇੰਦੇ ਬਣਦੇ ਆ ਲੋਕਾਂ ਦੇ, ਚਾਹੇ ਪਾਰਲੀਮੈਂਟ ਦੇ ਹੋਣ ਚਾਹੇ ਵਿਧਾਨ ਸਭਾ ਦੇ ਹੋਣ, ਉਹ ਉਹਨਾਂ ਨੂੰ ਵਫਾ ਨਹੀਂ ਕਰਦੇ ਹੈਗੇ। ਦੂਜਾ, ਭਾਰਤੀ ਰਾਜਨੀਤੀ ਵਿੱਚ ਅਸੀਂ ਦੇਖਿਆ ਜਿੰਨਾ ਭ੍ਰਿਸ਼ਟਾਚਾਰ ਹੈਗਾ ਵਾ ਵੀ ਉਹ ਜਿਹੜੀ ਰਿਟਰਨ ਐਰਕੀ ਭਰਦੇ ਆ, ਮੰਨ ਲਓ 1 ਕਰੋੜ ਰੁਪਏ ਦੀ ਰਿਟਰਨ ਭਰੀ ਹੁੰਦੀ ਆ, ਉਹ ਕੁਛ ਵੀ ਨਹੀਂ ਕਰਦੇ ਹੈਗੇ ਤੇ ਅਗਲੀ ਵਾਰੀ 100 ਕਰੋੜ ਦੀ ਉਹ ਰਿਟਰਨ ਭਰ ਰਹੇ ਹੁੰਦੇ ਆ। ਠੀਕ ਆ, ਜਿਹੜੇ ਹੁਕਮਰਾਨ ਤੇ ਰਾਣਿਆਂ ਨੂੰ ਹੀ ਦਲਾਲ ਕਹਿੰਦੇ ਆ, ਇਹ ਘੱਟੋ ਘੱਟ ਵੀ ਤਾਂ ਸਰਮਾਏਦਾਰ ਹੁੰਦੇ ਜਾਂਦੇ ਨੇ। ਠੀਕ ਆ, ਅਫਸਰਸ਼ਾਹੀ ਸਰਮਾਏਦਾਰ ਹੁੰਦੀ ਜਾਂਦੀ ਆ। ਜਿਹੜੇ ਕਾਰਪੋਰੇਟ ਘਰਾਣਿਆਂ ਦੀ ਨੀਤੀ ਆ ਜਿਹੜੀ ਨੇ ਇੱਥੇ ਪੂੰਜੀ ਲਾਈ ਭਾਰਤ ਵਿੱਚ, ਉਹ ਅਰਬਾਂਪਤੀ ਹੁੰਦੇ ਜਾਂਦੇ ਨੇ। ਪਰ ਦੂਜਾ ਬੰਨਾ ਅਸੀਂ ਦੇਖੀਏ ਜਦੋਂ ਵੀ ਉਦੋਂ ਜਿਹੜੇ ਆਮ ਸਧਾਰਨ ਲੋਕ ਨੇ, ਚਾਹੇ ਕਿਸਾਨ ਆ, ਮਜ਼ਦੂਰ ਆ, ਆਮ ਜਨਤਾ ਵਾ, ਉਹ ਹਰ ਸਾਲ ਹੀ ਉਹਨਾਂ ਕਿਸਾਨਾਂ ਸਿਰ ਸਾਡਾ 3 ਲੱਖ ਕਰਜ਼ਾ ਹੁੰਦਾ, ਉਹ 6 ਲੱਖ ਹੋ ਜਾਂਦਾ, 6 ਲੱਖ ਦਾ 9 ਲੱਖ ਹੁੰਦਾ। ਕੰਮ ਅਸੀਂ ਕਰਦੇ ਹਾਂ, ਕਿਰਤ ਅਸੀਂ ਕਰਦੇ ਹਾਂ, ਪੈਦਾਵਾਰ ਅਸੀਂ ਪੈਦਾ ਕਰਦੇ ਹਾਂ, ਦਿਨ ਰਾਤ ਕੰਮ ਅਸੀਂ ਕਰਦੇ ਹਾਂ, ਵਿਵਸਥਾ ਸਾਰੀ ਸਾਡੇ ਦੁਆਲੇ ਚੱਲਦੀ ਆ, ਅਸੀਂ ਕਰਜ਼ਾਈ ਹੁੰਨੀ ਜਾਂਦੇ ਆ ਤੇ ਜਿਹੜੇ ਹਾਕਮ ਸਾਡੇ 5 ਸਾਲਾਂ ਬਾਅਦ ਕੋਈ ਵੀ ਅਸੀਂ ਚੁਣਦੇ ਆ
ਉਹ ਜਦੋਂ ਰਿਟਰਨ ਭਰਦੇ ਆ ਤੇ ਅਮੀਰ ਹੋਈ ਜਾਂਦੇ ਆ। ਇਹਦਾ ਮਤਲਬ ਜਿਹੜੇ ਉਹ ਵਾਅਦੇ ਕਰਕੇ ਆਉਂਦੇ ਨਾ ਤਾਂ ਉਹ ਪੂਰੇ ਕਰਦੇ ਆ, ਸਗੋਂ ਉਲਟਾ ਜਿਸ ਕਿਸਮ ਦੀਆਂ ਉਹ ਨੀਤੀਆਂ ਲੈ ਕੇ ਆਉਂਦੇ ਆ, ਉਹ ਨੀਤੀਆਂ ਖੇਤੀ ਨੂੰ ਘਾਟੇ ਮੰਦਾ ਕਰਦੀ ਆ, ਸਾਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰਦੀ ਆ। ਔਰ ਨੌਜਵਾਨ 75 ਭਾਰਤ ਦੇ ਇਸ ਵੇਲੇ 75 ਨੌਜਵਾਨ ਰੋਜ਼ ਪਰ ਡੇ ਖੁਦਕੁਸ਼ੀ ਕਰ ਰਹੇ ਨੇ। ਇਹ ਰਿਪੋਰਟ ਆ, ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ। ਠੀਕ ਆ, ਕੋਈ ਹੱਲ ਨਹੀਂ ਹੈਗਾ। ਤਾਂ ਅਸੀਂ ਇਹਦੇ ਚੋਂ ਲੋਕਾਂ ਨੂੰ ਕੱਢਣ ਵਾਸਤੇ ਵੀ ਜਦੋਂ ਇਲੈਕਸ਼ਨਾਂ ਆਉਣੀਆਂ ਤੁਹਾਡੇ ਨਾਲ ਛਾਲ ਹੋਣਾ ਵਾ। ਇੱਕ ਜਿਹੜਾ ਕਾਰਪੋਰੇਟ ਪੱਖੀ ਮੀਡੀਆ ਵਾ, ਜਿਹੜਾ ਸਥਾਪਿਤ ਮੀਡੀਆ ਵਾ, ਸਾਰਾ ਨਹੀਂ ਕਹਿੰਦੇ ਅਸੀਂ, ਇੱਕ ਵੱਡਾ ਹਿੱਸਾ, ਉਹ ਇਹ ਦਿਖਾਊਗਾ ਵੀ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਜਿਹੜਾ ਵਾ ਪ੍ਰੋਗਰਾਮ ਆ। ਤੁਸੀਂ ਵੋਟਾਂ ਵਿੱਚ ਹਿੱਸਾ ਲਓ, ਜੇ ਤੁਸੀਂ ਵੋਟ ਨਾ ਪਾਉਣ ਗਏ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਊਗਾ। ਚਲ ਸਾਰੇ ਲੋਕ ਵੋਟ ਇਸ ਚਾਹ ਨਾ ਪਾਉਂਦੇ ਆ ਵੀ 20 ਫਰਵਰੀ ਤੋਂ ਬਾਅਦ 21 ਫਰਵਰੀ ਵਾਲੇ ਦਿਨ ਕੋਈ ਚੰਗਾ ਬਦਲ ਲੱਭ ਜੂ ਸਾਨੂੰ। ਇਹ ਕਰਦਿਆਂ ਨੂੰ ਕਿੰਨਾ ਚਿਰ ਹੋ ਗਿਆ, ਕਦੀ ਵੀ ਨਹੀਂ ਆਇਆ ਹੈਗਾ। ਤੋ ਇਸ ਕਰਕੇ ਵੀ ਲੋਕਾਂ ਨੂੰ ਬਦਲ ਕੀ ਦਈਏ, ਵੀ ਲੋਕਾਂ ਨੂੰ ਕੀ ਸੰਦੇਸ਼ ਜਾਵੇ, ਵੀ ਇਹਦਾ ਬਦਲ ਕੀ ਹੈਗਾ ਵਾ। ਉਹਦੇ ਲਈ ਇੱਕ ਤਾਂ ਪ੍ਰੈਕਟੀਕਲ ਹੋਣ ਜੋ ਕਰਕੇ ਆਏ ਵੀ ਜੇ ਅਸੀਂ ਚੋਣਾਂ ਲੜ ਕੇ ਲੋਕਾਂ ਦੇ ਮਸਲੇ ਹੱਲ ਕਰਾਉਂਦੇ ਤਾਂ ਸ਼ਾਇਦ ਭਾਰਤ ਦੀਆਂ ਕਹਿ ਲਓ ਵੀ 265 ਸੀਟਾਂ ਚਾਹੀਦੀਆਂ ਸੀ MP ਦੀਆਂ, ਰਾਜ ਸਭਾ 'ਚ ਬਹੁਮਤ ਚਾਹੀਦਾ, ਅੱਧੇ ਦੇਸ਼ ਵਿੱਚ ਸਾਡੀਆਂ ਸੂਬਿਆਂ 'ਚ ਸਰਕਾਰਾਂ ਹੁੰਦੀਆਂ ਤਾਂ ਰਾਜ ਸਭਾ ਦਾ ਮੈਂਬਰ ਬਣਨਾ ਸੀ। ਇੱਧਰ ਇਹ ਚੀਜ਼ ਦਾ, ਪਰ ਤੁਸੀਂ ਜਿਹੜੀ ਲਹਿਰ ਚੱਲੀ ਆ ਉਹ ਪੰਜਾਬ ਹਰਿਆਣਾ ਦੇਖੋ 25 ਸੀਟਾਂ ਵਾ, ਇੰਨੀਆਂ ਹੋਰ ਹੋਣੀਆਂ ਵੱਧ ਤੋਂ ਵੱਧ ਜਿਹੜੀਆਂ ਜਿਨ੍ਹਾਂ ਥਾਵਾਂ ਤੇ ਕਿਸਾਨਾਂ ਨੇ ਅੰਦੋਲਨ ਕੀਤਾ। 50 ਪਾਰਲੀਮੈਂਟਰੀ ਹਲਕਿਆਂ ਦੇ ਵਿੱਚ ਲਹਿਰ ਸੀ, ਉਹਨੇ ਮੋਦੀ ਸਰਕਾਰ ਹਰਾ ਕੇ ਕਾਨੂੰਨ ਵਾਪਸ ਕਰਵਾ ਦਿੱਤੇ। ਇਹਦਾ ਮਤਲਬ ਪ੍ਰੈਸ਼ਰ ਗਰੁੱਪ ਵਾਲਾ ਕੰਮ ਜਿਹੜਾ ਉਹ ਅਸਲ ਵਿੱਚ ਕੰਮ ਆ, ਉਹ ਕੱਲਾ ਸੰਘਰਸ਼, ਜਿਹਨੇ ਵੇਖੋ ਸੰਘਰਸ਼ ਨੇ ਕੱਲਾ ਖੇਤੀ ਕਾਨੂੰਨ ਹੀ ਨਹੀਂ ਵਾਪਸ ਕਰਾਏ, ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਪ੍ਰਮੋਟ ਕਰ ਦਿੱਤਾ। ਵੀ ਇਹ ਜਿਹੜੇ ਇਹਨਾਂ ਤੇ ਇਲਜ਼ਾਮ ਲਾਏ ਜਾਂਦੇ ਆ, ਜਿਹੜਾ ਇਹਨਾਂ ਨੂੰ ਬਦਨਾਮ ਕੀਤਾ, ਇਹ ਤਾਂ ਦੇਸ਼ ਭਗਤ ਬੰਦੇ ਆ, ਦੇਸ਼ ਨੂੰ ਬਚਾਉਣ ਦੀ ਗੱਲ ਕਰਦੇ ਆ। ਇਹ ਤੋਂ ਕਹਾਂ ਪੰਜਾਬ ਦਾ ਕਲਚਰ ਚੇਂਜ ਕਰਤਾ। ਜਿਹੜੇ ਗਾਣੇ ਹਥਿਆਰਾਂ ਤੇ ਨਸ਼ੇ ਤੇ ਜਵਾਨੀ ਨੂੰ ਬਦਨਾਮ ਕਰਦੇ ਹੁੰਦੇ ਸੀ, ਉਹ ਕਲਚਰ ਕਿਸਾਨਾਂ ਦੇ ਗੀਤਾਂ ਵਾਲਾ ਆ ਗਿਆ, ਲੋਕ ਪੱਖੀ ਗੀਤਾਂ ਵਾਲਾ ਆ ਗਿਆ, ਬਹੁਤ ਕੁਝ ਕਰਤਾ। ਇੱਕ ਲੋਕਾਂ ਦੇ ਵਿੱਚ ਯੂਨਾਈਟਿਡ ਏਕਤਾ ਪੈਦਾ ਕਰਕੇ ਰੱਖਦੀ ਦੇਸ਼ ਭਰ ਤੇ। ਇਹੀ ਅਸੀਂ ਚਾਹੁੰਦੇ ਵੀ ਤੁਹਾਡੇ ਮਸਲਿਆਂ ਦਾ ਫੌਰੀ, ਇੱਕ ਤੇ ਹੁੰਦਾ ਲੰਮੇ ਦਾ ਤੋਂ, ਇੱਕ ਹੁੰਦਾ ਮੌਕੇ ਤੇ, ਵੀ ਫੌਰੀ ਤੌਰ ਤੇ ਜੇ ਤੁਹਾਡੇ ਕੋਲ ਹੱਲ ਹੈਗਾ ਤੇ ਸੰਘਰਸ਼ਾਂ ਦਾ ਹੱਲ ਹੈਗਾ। ਔਰ ਜਦੋਂ ਇਲੈਕਸ਼ਨ ਆਉਣੀ ਆ, ਤੁਹਾਨੂੰ ਅਕਾਲੀ ਦਲ ਦੇ ਨਾਂ ਤੇ, ਕਾਂਗਰਸ ਦੇ ਨਾਂ ਤੇ, ਆਮ ਆਦਮੀ ਦੇ ਨਾਂ ਤੇ, ਭਾਜਪਾ ਦੇ ਨਾਂ ਤੇ, ਹੋਰ ਵੀ ਤੁਹਾਡੇ ਬਿਲਕੁਲ ਕੋਸ਼ਿਸ਼ ਕਰਾਂਗੇ ਦੁਬਾਰਾ ਇੱਕ ਵਾਰ ਸੰਪਰਕ ਕਰਨ ਦੀ, ਕਿਉਂਕਿ ਨੈਟਵਰਕ ਦੀ ਜਿਹੜੀ ਆ ਉਹ ਦਿੱਕਤ ਆ ਗਈ ਹੈ। ਦਰਅਸਲ ਕੱਲ ਇੱਕ ਪਾਸੇ ਜਿੱਥੇ ਗਣਤੰਤਰ ਦਿਹਾੜਾ ਮਨਾਇਆ ਜਾਣਾ ਹੈ 26 ਜਨਵਰੀ ਨੂੰ, ਜਿੱਥੇ ਰਿਪਬਲਿਕ ਡੇ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਤਾਂ ਉੱਥੇ ਹੀ ਕਿਸਾਨ ਆਗੂਆਂ ਦੇ ਵੱਲੋਂ, ਕਿਸਾਨ ਜਥੇਬੰਦੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਇਹ ਤਿਆਰੀ ਕੀਤੀ ਜਾ ਰਹੀ ਹੈ ਕਿ ਜੰਡਿਆਲਾ ਗੁਰੂ ਦੇ ਵਿੱਚ ਇੱਕ ਵੱਡਾ ਇਕੱਠ ਕਿਸਾਨਾਂ ਦਾ ਕਰਕੇ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੱਕ ਇਹ ਆਵਾਜ਼ ਪਹੁੰਚਾਈਏ ਕਿ ਤੁਸੀਂ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਵਫਾ ਨਹੀਂ ਕੀਤੇ ਤੁਸੀਂ ਸਾਡੇ ਨਾਲ। ਇਹ ਦਿਹਾੜੇ ਬਣਾਉਣ ਦਾ ਸਾਨੂੰ ਕੋਈ ਜਿਹੜਾ ਉਹ ਲਾਹਾ ਨਹੀਂ ਹੈ। ਲਾਹਾ ਉਦੋਂ ਹੀ ਹੋਊਗਾ ਜਦੋਂ ਤੁਸੀਂ ਸਾਡੀਆਂ ਮੰਗਾਂ ਨੂੰ ਮੰਨੋਗੇ, ਕਿਸਾਨਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਸੁਧਾਰੋਗੇ। ਔਰ ਇਸੇ ਬਾਬਤ ਹੀ ਸਰਵਨ ਸਿੰਘ ਪੰਧੇਰ ਹੋਣਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੁਝ ਮੌਸਮ ਦੀ ਤਬਦੀਲੀ ਕਹਿ ਲਈਏ ਤਾਂ ਕੁਝ ਜਿਹੜੀ ਜਗ੍ਹਾ ਦੇ ਉੱਤੇ ਉਹ ਹੈਗੇ ਆ, ਉੱਥੋਂ ਦੇ ਆਪਾਂ ਕਹਿ ਸਕੀਏ ਕਿ ਨੈਟਵਰਕ ਦੀ ਦਿੱਕਤ ਕਰਕੇ ਇੱਕ ਵਾਰ ਨੈਟਵਰਕ ਜਿਹੜਾ ਡਾਊਨ ਹੋਇਆ ਔਰ ਲਾਈਨ ਕੱਟ ਗਈ ਹੈ। ਦੁਬਾਰਾ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਸੰਪਰਕ ਬਣਾਈਏ ਔਰ ਇਸ ਗੱਲਬਾਤ ਨੂੰ ਜਿਹੜਾ ਉਹ ਆਪਾਂ ਜਾਰੀ ਰੱਖੀਏ, ਕਿਉਂਕਿ ਬਹੁਤ ਅਹਿਮ ਮੁੱਦਾ ਹੈ। ਦੇਖੋ, ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਕਿਸਾਨਾਂ ਨੇ ਸ਼ੁਰੂ ਕੀਤੀ ਸੀ ਔਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਾ ਕੇ ਬੈਠ ਗਏ ਕਿਸਾਨ, 1 ਸਾਲ ਤੋਂ ਵੱਧ ਸਮਾਂ ਬੈਠੇ ਰਹੇ ਔਰ ਅਖੀਰ ਦੇ ਉੱਤੇ ਕਿਉਂਕਿ ਕਿਸਾਨਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਝੱਲੀਆਂ, ਮੌਸਮ ਦੀ ਮਾਰ ਵੀ ਝੱਲੀ ਉਹਨਾਂ ਨੇ, ਕਿਸਾਨਾਂ ਨੇ ਸਰਕਾਰ ਦੇ ਵੱਲੋਂ ਜੋ ਪ੍ਰੋਪੇਗੈਂਡਾ ਕੀਤੇ ਗਏ ਉਹ ਵੀ ਆਪਣੇ ਤੇ ਝੱਲੇ, ਹੋਰ ਵੀ ਜਿਹੜੇ ਲੋਕ ਸੀਗੇ ਕਦੇ ਉਹਨਾਂ ਦੇ ਉੱਤੇ ਆ ਕੇ ਹਮਲਾ ਹੁੰਦਾ ਸੀ ਉਹ ਵੀ ਉਹਨਾਂ ਨੇ ਝੱਲਿਆ, ਟੈਂਟ ਨੂੰ ਅੱਗ ਲੱਗ ਜਾਣੀ, ਉੱਥੇ ਕਈ ਵਾਰ ਸਹੂਲਤਾਂ ਦੀ ਕਮੀ ਆ ਜਾਣੀ, ਫਿਰ ਕੋਵਿਡ ਮਹਾਮਾਰੀ ਦੇ ਦੌਰਾਨ ਘਰਾਂ ਤੋਂ ਬਾਹਰ ਸੜਕਾਂ ਦੇ ਉੱਤੇ ਤੁਸੀਂ ਬੈਠਣਾ ਔਰ ਬਹੁਤ ਸਾਰੀਆਂ ਚੁਣੌਤੀਆਂ ਸੀ ਉਹਨਾਂ ਦੇ ਲਈ। ਸਾਰੀਆਂ ਚੁਣੌਤੀਆਂ ਉਹਨਾਂ ਨੇ ਝੱਲੀਆਂ, ਉਹਦੇ ਬਾਵਜੂਦ ਵੀ ਕਿਸਾਨ ਉੱਥੇ ਡੋਲੇ ਨਹੀਂ ਤੇ ਆਖਰਕਾਰ ਕੇਂਦਰ ਸਰਕਾਰ ਨੂੰ ਆਪਣੇ ਉਹ ਖੇਤੀ ਕਾਨੂੰਨ ਵਾਪਸ ਲੈਣੇ ਪਏ। ਪ੍ਰਧਾਨ ਮੰਤਰੀ ਮੋਦੀ ਨੂੰ ਇਹ ਆਖਣਾ ਪਿਆ ਕਿ ਅਸੀਂ ਉਹ ਖੇਤੀ ਕਾਨੂੰਨ ਜਿਹੜੇ ਆ ਉਹ ਰੱਦ ਕਰ ਰਹੇ ਹਾਂ, ਪਰ ਫਿਰ ਵੀ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਨਹੀਂ ਹੋਈਆਂ, ਸਮੱਸਿਆਵਾਂ ਉੱਥੇ ਦੀਆਂ ਉੱਥੇ ਖੜੀਆਂ। ਸ਼ਾਇਦ ਇਸੇ ਨੂੰ ਲੈ ਕੇ ਇੱਕ ਵਾਰ ਫਿਰ ਇਕੱਠ ਬੁਲਾਇਆ ਜਾ ਰਿਹਾ ਕਿਸਾਨਾਂ ਦਾ ਜੰਡਿਆਲਾ ਗੁਰੂ ਦੇ ਵਿੱਚ। ਦੁਬਾਰਾ ਕੋਸ਼ਿਸ਼ ਕਰਦੇ ਹਾਂ ਕਿ ਸਰਵਨ ਸਿੰਘ ਪੰਧੇਰ ਦੇ ਨਾਲ ਜਿਹੜੀ ਹੈ ਉਹ ਸਾਡੀ ਕਾਲ ਜੁੜ ਜੇ ਔਰ ਫਿਰ ਉਹਨਾਂ ਦੇ ਨਾਲ ਇਸੇ ਮੁੱਦੇ ਦੇ ਉੱਤੇ ਜਿਹੜੀ ਆ ਉਹ ਅਸੀਂ ਗੱਲਬਾਤ ਜਾਰੀ ਰੱਖੀਏ ਔਰ ਇਹ ਪੁੱਛਣ ਦੀ ਕੋਸ਼ਿਸ਼ ਕਰੀਏ ਕਿ ਤੁਸੀਂ ਕਿਹੜੀਆਂ ਸਿਆਸੀ ਧਿਰਾਂ ਨੂੰ ਇਸ ਵਾਰ ਸਪੋਰਟ ਕਰੋਗੇ
ਸਿਆਸੀ ਧਿਰਾਂ ਨੂੰ ਜੇਕਰ ਤੁਸੀਂ ਸਪੋਰਟ ਨਹੀਂ ਕਰਦੇ, ਜੇਕਰ ਬਦਲ ਚਾਹੁੰਦੇ ਹੋ, ਤਾਂ ਕੀ ਕਿਸਾਨਾਂ ਦੀ ਜਿਹੜੀ ਜਥੇਬੰਦੀ ਹੈ ਉਸ ਨੂੰ ਤੁਹਾਡੇ ਵੱਲੋਂ ਸਪੋਰਟ ਕੀਤਾ ਜਾਊਗਾ? ਜੇਕਰ ਤੁਸੀਂ ਉਸ ਨੂੰ ਸਪੋਰਟ ਨਹੀਂ ਕਰਦੇ ਤਾਂ ਇਹਦਾ ਮਤਲਬ ਇਹ ਕਿ ਕੀ ਤੁਸੀਂ ਉਸ ਦੇ ਵਿਰੋਧੀ ਧਿਰ ਦੇ ਵਿੱਚ ਖੜੇ ਹੋ? ਇਹਨਾਂ ਸਾਰੇ ਹੀ तमाम ਸਵਾਲਾਂ ਦੇ ਉੱਤੇ ਉਹਨਾਂ ਤੋਂ ਜਵਾਬ ਲੈਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ। ਫਿਲਹਾਲ ਵੀ ਇੱਕ ਛੋਟੇ ਜਿਹੇ ਬ੍ਰੇਕ ਤੇ ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਤੇ ਇੱਕ ਵਾਰ ਫਿਰ ਉਹਨਾਂ ਦੇ ਨਾਲ ਆਪਾਂ ਜੁੜਾਂਗੇ। ਪੰਦੇਰ ਸਾਹਿਬ, ਇਹ ਦੱਸੋ ਹੁਣ ਕਿ ਇੱਕ ਪਾਸੇ ਗਣਤੰਤਰ ਦਿਹਾੜਾ ਮਨਾਇਆ ਜਾਣਾ, ਉਸ ਨੂੰ ਲੈ ਕੇ ਤਿਆਰੀਆਂ ਹੋ ਰਹੀਆਂ ਨੇ। ਕੱਲ ਪ੍ਰਧਾਨ ਮੰਤਰੀ ਮੋਦੀ ਵੀ ਜਿਹੜਾ ਉਸ ਦਿਹਾੜੇ ਨੂੰ ਮਨਾਉਣਗੇ, ਸਾਰਾ ਦੇਸ਼ ਜਿਹੜਾ ਮਨਾਊਗਾ। ਦੂਸਰੇ ਪਾਸੇ ਕਿਸਾਨ ਇਹ ਧਰਨਾ ਲਗਾਉਣਗੇ, ਕਹਿ ਲਓ, ਜਾਂ ਪ੍ਰਦਰਸ਼ਨ ਕਰਨਗੇ, ਸਰਕਾਰਾਂ ਦੇ ਖਿਲਾਫ ਵੱਡਾ ਇਕੱਠ ਕਰਨਗੇ। ਤਾਂ ਕੀ ਦਾਅਵਾ ਕਰਦੇ ਹੋ ਤੁਸੀਂ, ਕਿੰਨੀ ਗਿਣਤੀ ਦੇ ਵਿੱਚ ਉੱਥੇ ਕਿਸਾਨ ਪਹੁੰਚਣਗੇ ਔਰ ਉੱਥੋਂ ਕੀ ਸੰਬੋਧਨ ਕਰੋਗੇ? ਕੀ ਸਰਕਾਰਾਂ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਹੋਵੇਗੀ? ਕੀ ਸਰਕਾਰਾਂ ਨੂੰ ਸਵਾਲ ਕੀਤੇ ਜਾਣਗੇ? ਕੀ ਸਰਕਾਰਾਂ ਨੂੰ ਇਹ ਪੁੱਛੋਗੇ ਕਿ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ ਤੁਸੀਂ ਹਾਲੇ ਤੱਕ ਪੂਰੇ ਨਹੀਂ ਕੀਤੇ, ਜਾਂ ਕੋਈ ਨਵੀਆਂ ਮੰਗਾਂ ਹੋਣਗੀਆਂ? ਬਿਲਕੁਲ, ਦੇਖੋ, ਇੱਕ ਤਾਂ ਇਹੀ ਹੋਊਗਾ ਵੀ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਅੰਦੋਲਨ ਜਿਹੜੀਆਂ ਬਾਬਤ ਮੰਗਾਂ ਰਹਿੰਦੀਆਂ ਵਾ। ਅਜੇ ਮਿਸ਼ਰਾ ਟੈਣੀ ਨੂੰ ਸਾਡੇ ਸਾਹਮਣੇ ਉਹ ਕਿਸਾਨਾਂ ਮਜ਼ਦੂਰਾਂ ਦੇ ਨਾਲ ਸੰਘਰਸ਼ ਕਰਨ ਵਾਲੇ ਕਾਤਲ ਨੇ ਜੀ, ਤੇ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਉਹ ਮੰਤਰੀ ਮੰਡਲ 'ਚ ਨਹੀਂ ਰਹਿ ਸਕਦੇ। ਤਾਂ ਇਹ ਕੇਂਦਰ ਸਰਕਾਰ ਤੇ ਸਵਾਲ ਹੈਗਾ ਬਹੁਤ ਵੱਡਾ ਨੈਤਿਕ ਤੌਰ ਤੇ। ਦੂਸਰਾ, ਜਿੱਥੇ ਗਣਤੰਤਰ ਦਿਵਸ ਮਨਾ ਰਹੇ ਨੇ ਤੇ ਗਣਤੰਤਰ ਦਿਵਸ ਜਿੱਥੇ ਗਣਤੰਤਰ ਕਿਵੇਂ ਹੋ ਸਕਦਾ ਜੇ ਇਸ ਕਿਸਮ ਦਾ ਜੇ ਮਿਸ਼ਰਾ ਟਹਿਣੀ ਵਰਗਾ ਕਾਤਲ ਬੰਦਾ ਤੁਹਾਡੇ ਮੰਤਰੀ ਮੰਡਲ 'ਚ ਹੈਗਾ ਤਾਂ। ਤੀਸਰਾ ਹੈਗਾ ਵੀ ਜਿਹੜਾ MSP ਗਰੰਟੀ ਕਾਨੂੰਨ ਹੈ ਉਹ ਵੀ ਸਮੱਸਿਆ ਰਹਿ ਰਹੀ ਹੈ। ਸਾਰੇ ਕਿਸਾਨਾਂ ਤੋਂ ਦਿੱਲੀ ਤੇ ਕੇਸ ਵਾਪਸ ਲੈਣੇ ਆ, ਇਹ ਗੱਲਾਂ ਰਹਿ ਰਹੀਆਂ ਨੇ, ਇਹ ਚੀਜ਼ਾਂ ਹੈਗੀਆਂ ਨੇ ਤੇ ਇਹ ਤਾਂ ਕਰਾਂਗੇ। ਬਾਕੀ ਪੰਜਾਬ ਵਾਲੀ ਸਰਕਾਰ ਨਾਲ ਚਾਹੇ ਕੇਂਦਰ ਹੋਵੇ, ਕਰਜ਼ਾ ਮਾਫੀ ਦਾ ਕਰ ਲਿਆ ਜਾਂ ਕਿਸਾਨਾਂ ਵਾਸਤੇ ਪਾਲਿਸੀ ਇਹੋ ਜਿਹੀ ਲਿਆਂਦੀ ਵੀ ਸਾਡੇ ਸਿਰ ਕਰਜ਼ਾ ਚੜੇ ਨਾ, ਅਸੀਂ ਆਪਣੇ ਪੈਰਾਂ ਸਿਰ ਖੜੇ ਹੋਈਏ, ਸਾਡੀ ਖੇਤੀ ਨੂੰ ਲਾਹੇਮੰਦਾ ਕਿੱਤਾ ਬਣਾਇਆ ਜਾਵੇ, ਇਸ ਕਿਸਮ ਦੀ ਪਾਲਿਸੀ ਹੋਵੇ। ਔਰ ਦੂਜਾ, ਜਵਾਨੀ ਬੇਰੁਜ਼ਗਾਰ ਇੰਨੀ ਜ਼ਿਆਦਾ ਵਾ, ਉਹਨੂੰ ਰੁਜ਼ਗਾਰ ਦਿੱਤਾ ਜਾਵੇ। ਇੱਥੇ ਨਸ਼ਿਆਂ ਦਾ ਸਵਾਲ ਹੈਗਾ ਵਾ, ਅਸੀਂ ਦੂਜਾ ਮਤਾ ਵੀ ਪਾਵਾਂਗੇ, ਚਾਹੇ ਬਾਈਬਲ ਕਲਾਂ, ਬਰਗਾੜੀ ਆ, ਕੋਟਕਪੂਰਾ ਬਾਪੂ, ਉਹ ਦੋਸ਼ੀਆਂ ਨੂੰ ਸਜ਼ਾ ਦੇ ਦਿਓ ਪਈ। ਲੋਕਾਂ ਦੀ ਇਹ ਮੰਗ ਹੈਗੀ ਆ। ਅਸੀਂ ਐਜੂਕੇਸ਼ਨ ਤੇ ਸਿਹਤ ਸਹੂਲਤਾਂ, ਲੋਕਾਂ ਦਾ ਮੌਲਿਕ ਅਧਿਕਾਰ ਹੈਗਾ, ਇਹ ਮਿਲਣਾ ਚਾਹੀਦਾ ਉਹਨਾਂ ਨੂੰ ਮੁਕਤ। ਇਹ ਗੱਲਾਂ ਚੱਕਾਂਗੇ ਇੱਕ ਤਾਂ ਵਰਤਮਾਨ ਪੱਖ ਦੇ ਵਿੱਚ। ਬਾਕੀ ਅਸੀਂ ਤਾਂ ਜੋ ਸਾਨੂੰ ਲੋਕਾਂ ਦੇ ਯਕੀਨ ਹੈ ਇਹ ਹੋਊਗਾ ਲੱਖਾਂ 'ਚ। ਬਾਕੀ ਤੁਹਾਡੇ ਚੈਨਲ ਆਉਣਗੇ, ਤੁਸੀਂ ਆਇਓ, ਦੇਖਿਓ, ਤੁਸੀਂ ਆਪ ਦੱਸਿਓ ਵੀ ਕੀ ਹੈਗਾ ਸੀ ਕੀ ਨਹੀਂ ਸੀ ਹੈਗਾ। ਆਪਾਂ ਦੇ ਦਾਅਵੇ ਹੈਗੇ ਤਾਂ ਹੈਗੇ ਆ। ਤੋ ਸਾਨੂੰ ਯਕੀਨ ਹੈ ਲੋਕਾਂ ਦਾ ਸਾਡੇ ਨਾਲ ਪਿਆਰ ਆ, ਅਸੀਂ ਹਕੀਕੀ ਲੜਾਈ ਦਿੱਤੀ ਆ। ਦੂਜਾ, ਨਵਰੀਤ ਸਿੰਘ ਡਿਬਡਿਬਾ ਜੀ 26 ਨੂੰ ਹੀ ਦਿੱਲੀ ਸ਼ਹੀਦ ਹੋਏ ਸੀ, ਉਹਨਾਂ ਨੂੰ ਵੀ ਯਾਦ ਕਰਾਂਗੇ, ਦਿੱਲੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਾਂਗੇ। ਠੀਕ ਹੈ, ਉਹਨਾਂ ਦੇ ਸੁਪਨੇ ਹੁੰਦੇ ਆ ਕੋਈ ਨਾ ਕੋਈ, ਉਹ ਸੁਪਨੇ ਸਾਕਾਰ ਕਰਨ ਲਈ ਸੰਘਰਸ਼ ਜਾਰੀ ਰੱਖਾਂਗੇ। ਇਹ ਗੱਲਾਂ ਵੀ ਅਸੀਂ ਕਰਾਂਗੇ ਪੰਜਾਬ ਤੇ ਕੇਂਦਰ ਦੇ ਖਿਲਾਫ। ਦੂਜਾ, ਸਭ ਤੋਂ ਵੱਡਾ ਵੀ ਬਦਲ ਅਸਾਰੋ, ਵੀ ਇਹ ਵਿਵਸਥਾ ਚੇਂਜ ਕਰਕੇ ਲੋਕਾਂ ਦੀ ਬਦਲ ਲੈ ਕੇ ਆਈਏ। ਭਾਵੇਂ ਫੌਰੀ ਕੱਲ ਨੂੰ ਇਹ ਆ ਹੀ ਨਹੀਂ ਜਾਣਾ, ਉਹਦੇ ਵਾਸਤੇ ਕੌਮੀ ਪੱਧਰ ਦੀ ਲਹਿਰ ਖੜੀ ਕਰੀਏ। ਕੌਮੀ ਪੱਧਰ ਤੇ ਸਾਡੀ ਜਥੇਬੰਦੀ ਹੋਵੇ, ਮਜ਼ਦੂਰ ਨਾਲ ਲਈਏ, ਵਿਦਿਆਰਥੀ ਨਾਲ ਲਈਏ, ਠੀਕ ਆ, ਔਰਤਾਂ ਨੂੰ ਨਾਲ ਲੈਣਾ ਪੈਣਾ। ਇੱਕ ਵੱਡਾ ਮਹਾਜ਼ ਹੋਵੇ ਤੇ ਸਾਡੇ ਨਿਸ਼ਾਨੇ ਇਹ ਹੋਣ ਵੀ ਅਸੀਂ ਲੋਕਾਂ ਦੇ ਜਿਹੜੇ ਉਹੋ ਜਿਹਾ ਰਾਜ ਹੋਵੇ ਜਿਹੜਾ ਲੋਕਾਂ ਦਾ ਹੋਵੇ। ਕਦੀ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਹੁੰਦਾ ਸੀ, ਉਹ ਲੋਕਾਂ ਦਾ ਰਾਜ ਸੀਗਾ, ਉਹ ਰਾਜ ਵਾਲੇ ਪਾਸੇ ਨੂੰ ਚੱਲੀਏ ਅਸੀਂ। ਜਿਹੜਾ ਹਲੇਮੀ ਵਾਲਾ ਰਾਜ ਸਾਡੇ ਗੁਰੂ ਸਾਹਿਬ ਕਹਿ ਕੇ ਗਏ ਸੀਗੇ, ਜਿਹਦੇ ਵਿੱਚ ਮਨੁੱਖਤਾ ਦੀ ਲੁੱਟ ਨਾ ਹੁੰਦੀ ਹੋਵੇ, ਉਹ ਕਾਰਪੋਰੇਟ ਪੱਖੀ ਮਾਡਲ ਨਾ ਹੋਵੇ, ਕਾਰਪੋਰੇਟ ਨੂੰ ਭਰਨ ਵਾਲਾ ਨਾ ਹੋਵੇ। ਆ ਨਵੇਂ ਆંકੜੇ ਜਿਹੜੇ ਸਾਰੇ ਮੀਡੀਆ ਤੇ ਆਏ ਵੀ ਆਹ ਕਰੋਨਾ ਕਾਲ ਦੇ ਵਿੱਚ 99% ਲੋਕਾਂ ਦੀ ਪੂਰੇ ਵਰਲਡ 'ਚ ਆਮਦਨ ਘਟੀ ਆ, ਥੱਲੇ ਗਏ ਆ। 16 ਕਰੋੜ ਲੋਕ ਗਰੀਬੀ ਰੇਖਾ ਤੋਂ ਥੱਲੇ ਚਲੇ ਗਏ ਆ। ਪਰ ਕਾਰਪੋਰੇਟ ਘਰਾਣੇ ਭਾਰਤ ਵਾਲੇ ਵੀ ਉਹ ਤਾਂ ਦੇਖੋ ਜੀ, 9000 ਕਰੋੜ ਦੇ ਹਿਸਾਬ ਨਾਲ 111 ਲੱਖ ਕਰੋੜ ਰੁਪਇਆ ਉਹਨਾਂ ਨੂੰ ਆਮਦਨ ਹੋ ਗਈ ਆ। ਇਹਦਾ ਮਤਲਬ ਨੀਤੀਆਂ ਉਹਨਾਂ ਦੇ ਪੱਖ ਵਾਲੀਆਂ, ਤਾਂ ਹੀ ਕਰੋਨਾ ਕਾਲ 'ਚ ਜੇ ਕੋਈ ਫਲ ਫੁੱਲ ਰਿਹਾ ਤੇ ਕਾਰਪੋਰੇਟ ਫਲ ਰਿਹਾ, ਜੇ ਕੋਈ ਪੀੜਤ ਹੈ ਤਾਂ ਸਾਰਾ ਸਮਾਜ ਹੈਗਾ। ਤਾਂ ਇਸ ਕਿਸਮ ਦੀਆਂ ਨੀਤੀਆਂ ਦੋਸ਼ਪੂਰਨ ਨੇ ਜਿਹੜੀਆਂ ਸਾਨੂੰ ਲੁੱਟਦੀਆਂ ਨੇ। ਇਹ ਤਜਰਬੇ ਯੂਰਪ ਤੇ ਅਮਰੀਕਾ 'ਚ $425 ਬਿਲੀਅਨ ਦਾ ਖਰਚਾ ਅਮਰੀਕਾ ਦੇ ਕਿਸਾਨ ਦੇ ਸਿਰ ਆ, ਜਿਹੜਾ 2000 ਏਕੜ ਫਾਰਮ ਵਾਲਾ ਵਾ, ਜਿੱਥੇ $60,000 ਉਹਨੂੰ ਸਾਲਾਨਾ ਸਬਸਿਡੀ ਮਿਲ ਰਹੀ ਹੈ। ਇੱਥੇ ਤਾਂ ਮਿਲਦਾ ਕੁਛ ਨਹੀਂ। 2.5 ਕਿੱਲੇ ਵਾਲਾ, 3 ਕਿੱਲੇ ਵਾਲਾ ਕਿਸਾਨ ਦੇ ਆંકੜੇ ਆ ਗਏ 77% ਕਿਸਾਨ 3 ਕਿੱਲੇ ਵਾਲਾ, ਤਾਂ ਬਹੁਤ ਛੋਟੀ ਕਿਸਾਨੀ ਆ। ਤਾਂ ਉਹਦੇ ਬਣੇ ਕਾਰਪੋਰੇਟ ਦੀਆਂ ਨੀਤੀਆਂ ਲਿਆ ਕੇ ਕਿਹਾ ਜਾਂਦਾ ਤੁਹਾਡਾ ਵਿਕਾਸ ਕਰਾਂਗੇ। ਇਸ ਵਿਕਾਸ ਦਾ ਜਿਹੜਾ ਚਿਹਰਾ ਅਸੀਂ ਨੰਗਾ ਕਰਨਾ। ਜਦੋਂ ਮੋਦੀ ਜੀ ਪੰਜਾਬ ਆਉਣਾ ਚਾਹੁੰਦੇ ਸੀ, ਅਸੀਂ ਵਿਰੋਧ ਕੀਤਾ, ਉਹਨਾਂ ਦੀ ਰੈਲੀ ਤੇ ਲੋਕ ਨਹੀਂ ਗਏ, ਕੁਰਸੀਆਂ ਰਹਿ ਗਈਆਂ ਬੇਲੀਆਂ, ਭਾਵੇਂ ਉਹਦੇ ਬਹੁਤ ਦੋਸ਼ ਲਾਏ ਗਏ। ਪਰ ਕਹਿੰਦੇ ਸੀ ਵੀ ਵਿਕਾਸ ਪ੍ਰੋਜੈਕਟ ਸ਼ੁਰੂ ਕਰਨਾ ਪ੍ਰਧਾਨ ਮੰਤਰੀ ਨੇ।
ਉਹ ਜਿਹੜੀ ਕੋਰੀਡੋਰ ਖੋਲਣਾ 20 ਫੁੱਟ ਉੱਚੀ ਸੜਕ ਚੱਲਣੀ ਆ, 2 ਕਿੱਲੇ ਚੌੜੀ ਹੋਣੀ ਆ, ਉਹ ਕਾਰਪੋਰੇਟ ਦੇ ਟਰਾਲੇ ਚੱਲਣੇ ਆ ਤੇ ਉਹਨੇ 26,000 ਕਿੱਲਾ ਪੰਜਾਬ ਦੇ ਕਿਸਾਨਾਂ ਦਾ ਖੋਣਾ, 26 ਪਿੰਡ ਉਜਾੜ ਕੇ। ਇਹ ਕਿਹੜਾ ਵਿਕਾਸ ਆ? ਜਿੰਨੀਆਂ ਕਿ ਸੜਕਾਂ ਸਾਡੇ ਪੰਜਾਬ 'ਚ ਹੈਗੀਆਂ, ਜੇ ਉਹਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ ਸਾਡੇ ਵਾਸਤੇ ਤਾਂ ਬਹੁਤ ਆ। ਉਹ ਹੁਣ ਕਾਰਪੋਰੇਟ ਦੇ ਟਰਾਲੇ ਚੱਲਣ ਵਾਸਤੇ ਮਾਨੀਆਂ ਡਾਨੀਆਂ ਦੀ ਅੱਡ ਕਿਸਮ ਦਾ ਲਾ, ਅੱਡ ਕਿਸਮ ਦੀ ਚੀਜ਼ਾਂ। ਤਾਂ ਜਿਹੜਾ ਕਾਰਪੋਰੇਟ ਪੱਖੀ ਮਾਡਲ ਆ ਉਹਨੂੰ ਲਿਆ ਕੇ ਉਹ ਵਿਕਾਸ ਦੇ ਨਾਂ ਤੇ ਕਹਿੰਦੇ ਇਹ ਤੁਹਾਡਾ ਵਿਕਾਸ ਆ। ਸਾਡਾ ਵਿਕਾਸ ਤਾਂ ਹੈ ਨਹੀਂਗਾ ਇਹ। ਅਸੀਂ ਇਹ ਗੱਲਾਂ ਲੋਕਾਂ 'ਚ ਲੈ ਕੇ ਜਾਣੀਆਂ। ਸਾਡਾ ਵਿਕਾਸ ਆ ਵੀ ਸਾਨੂੰ ਸਮਾਜਿਕ ਤੌਰ ਤੇ ਕਿਵੇਂ ਸਾਡਾ ਵਿਕਾਸ ਹੋਵੇ, ਆਰਥਿਕ ਪੱਖੋਂ ਸਾਡਾ ਵਿਕਾਸ ਕਿਵੇਂ ਹੋਵੇ, ਸਾਡਾ ਅਮੀਰ ਸੱਭਿਆਚਾਰ ਨੂੰ ਤੋੜਿਆ ਨਾ ਜਾਵੇ। ਤਾਂ ਇਹ ਗੱਲਾਂ ਅਸੀਂ ਲੋਕਾਂ ਨਾਲ ਕਰਾਂਗੇ ਵੀ ਭਾਈ ਇਸ ਕਿਸਮ ਦੇ ਜਿਹੜੇ ਆ ਜੋ ਚਾਹੁੰਦੇ ਅਸੀਂ, ਜੋ ਸੁਪਨਾ ਸਾਡੇ ਸ਼ਹੀਦਾਂ ਦਾ ਵੀ ਇਹ ਸੁਪਨਿਆਂ ਵਾਲਾ ਸਾਡਾ ਰਾਜ ਹੋਵੇ, ਉਹਦੇ ਲਈ ਭਾਈ ਸੰਘਰਸ਼ ਵਾਹਿਦ ਹੱਲ ਆ, ਨਾ ਕਿ ਵੋਟਾਂ 'ਚ ਕੋਈ ਆਹ ਸਰਕਾਰ ਤੋਂ ਕੋਈ ਅਗਲੀ ਸਰਕਾਰ ਲੈ ਆਓ। ਇਹ ਅਸੀਂ 75 ਸਾਲਾਂ ਤੋਂ ਕਰਦੇ ਆਏ ਤੇ ਤਜਰਬੇ ਸਾਡੇ ਫੇਲ ਹੋ ਗਏ। ਅੱਛਾ, ਜੇ ਆਪਾਂ 26 ਜਨਵਰੀ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਉਸ ਸਮੇਂ ਜੋ ਕੁਝ ਹੋਇਆ ਆਪਾਂ ਸਾਰੇ ਜਾਣਦੇ ਹਾਂ। ਉਸ ਸਮੇਂ ਤੁਹਾਡੀ ਜਥੇਬੰਦੀ ਦੇ ਉੱਤੇ ਵੀ ਇਲਜ਼ਾਮ ਲੱਗੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਸੀਗੇ ਉਹਨਾਂ ਦੇ ਵੱਲੋਂ ਉੱਥੇ ਭੜਕਾਇਆ ਗਿਆ, ਤਾਂ ਕਰਕੇ ਜਿਹੜੇ ਨੌਜਵਾਨ ਆ ਉਹ ਲਾਲ ਕਿਲ੍ਹੇ ਵੱਲ ਚਲੇ ਗਏ। ਉਸ ਤੋਂ ਬਾਅਦ ਮੁਕੱਦਮੇ ਦਰਜ ਹੋਏ। ਹਾਲੇ ਉਹ ਮਸਲੇ ਜਿਹੜੇ ਵਿੱਚ ਦੇ ਵਿੱਚ ਪਏ ਆ, ਉਹਨਾਂ ਦੇ ਉੱਤੇ ਪਰਚੇ ਜਿਹੜੇ ਹੋਏ ਸੀਗੇ ਉਹ ਰੱਦ ਨਹੀਂ ਹੋਏ। ਉਸੇ ਤਰ੍ਹਾਂ ਕਈ ਤਰੀਕਾਂ ਵਿੱਚ ਭੁਗਤ ਰਹੇ ਹੋਣਗੇ। ਤਾਂ ਜਿਹੜਾ ਹੁਣ ਪ੍ਰਧਾਨ ਮੰਤਰੀ ਮੋਦੀ 5 ਜਨਵਰੀ ਨੂੰ ਇੱਥੇ ਆਏ ਸੀਗੇ, ਉਸ ਸਮੇਂ ਦੇ ਦੌਰਾਨ ਜਿਹੜਾ ਪ੍ਰਦਰਸ਼ਨ ਹੋਇਆ ਕਿਸਾਨਾਂ ਦੇ ਵੱਲੋਂ, ਜਿਹੜਾ ਡੀਸੀ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣੇ ਸੀ, ਅੱਗੇ ਨਹੀਂ ਜਾਣ ਦਿੱਤਾ ਗਿਆ ਉਹਨਾਂ ਨੂੰ, ਤਾਂ ਕਿਸਾਨ ਸੜਕਾਂ ਤੇ ਬੈਠੇ ਸੀਗੇ। ਉਸ ਤੋਂ ਬਾਅਦ ਇਹ ਇਲਜ਼ਾਮ ਲੱਗੇ ਕਿ ਪ੍ਰਧਾਨ ਮੰਤਰੀ ਦੀ ਮੋਦੀ ਦੀ ਜਾਨ ਨੂੰ ਜਿਹੜਾ ਉਹ ਖਤਰਾ ਸੀਗਾ, ਉਹਨਾਂ ਦਾ ਰਸਤਾ ਰੋਕ ਦਿੱਤਾ ਗਿਆ। ਔਰ ਫਿਰੋਜ਼ਪੁਰ ਦਾ ਪਿੰਡ ਕੁਲਗੜੀ ਹੈ, ਉੱਥੇ ਥਾਣੇ ਦੇ ਵਿੱਚ FIR ਵੀ ਦਰਜ ਕੀਤੀਆਂ ਗਈਆਂ। ਉਹਦੇ ਵਿੱਚ ਕੀ ਕੁਝ ਹੈ ਔਰ ਕੀ ਤੁਹਾਡੀ ਜਥੇਬੰਦੀ ਦਾ ਨਾਂ ਇੱਕ ਵਾਰ ਫਿਰ ਹੈਗਾ ਉਹਦੇ ਵਿੱਚ? ਬਿਲਕੁਲ ਜੀ, ਉਹ ਪਰਚਾ ਦਰਜ ਕੀਤਾ ਗਿਆ ਵਾ, ਪਰ ਹਜੇ ਅਨਟ੍ਰੇਸੇਬਲ ਬੰਦੇ ਆ। ਉਹਦਾ ਪਤਾ ਲੱਗੂ ਜਦੋਂ ਟਰੇਸ ਕਰਦੇ ਆ। ਪਰਚੇ ਪੂਰੇ ਇਸ ਕਿਸਮ ਦੇ ਹੀ ਹੈਗੇ ਆ। ਦੂਸਰਾ ਇਹਦੇ 'ਚ ਇਹ ਹੈਗਾ ਵਾ ਵੀ ਜਿਹੜੇ ਕਹਿੰਦੇ ਆ ਵੀ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ, ਇਹ ਇੱਕ ਡਰਾਮਾ ਸੀਗਾ। ਪ੍ਰਧਾਨ ਮੰਤਰੀ ਦੇ ਸੁਰੱਖਿਆ ਚੂਕ ਨੂੰ ਲੈ ਕੇ ਜਿਹੜੀ ਧਰਮਾਂ ਦੇ ਨਾਂ ਤੇ ਰਾਜਨੀਤੀ ਕੀਤੀ ਭਾਜਪਾ ਨੇ, ਉਹ ਨਿੰਦਣਯੋਗ ਆ। ਠੀਕ ਹੈ, ਇਹ ਇਹੋ ਜਿਹਾ ਜਿਹੜਾ ਇਹ ਮੀਡੀਆ 'ਚ ਆਇਆ ਵੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ। ਅਸੀਂ ਕਿਹਾ ਸੀ ਵੀ 5 ਜੂਨ 2018 ਨੂੰ ਇਹ ਮੋਦੀ ਜੀ ਦਾ ਕਾਫਲਾ 2 ਘੰਟੇ ਨੋਇਡਾ 'ਚ ਗਾਜ਼ੀਆਬਾਦ 'ਚ, ਉੱਥੇ ਉਦੋਂ ਦੇ ਜੋਗੀ ਜੀ ਸੀਗੇ। ਜਦੋਂ ਗੁਜਰਾਤ 'ਚ 13 'ਚ ਗਏ ਆ ਮਨਮੋਹਨ ਸਿੰਘ ਜੀ, ਉਦੋਂ ਵੀ ਇੱਕ ਨੌਜਵਾਨ ਨੇ ਉਹਨਾਂ ਦੀ ਸੁਰੱਖਿਆ ਘੇਰੇ 'ਚ ਵੜ ਕੇ ਜੁੱਤੀ ਮਾਰੀ ਸੀ ਉਹਨਾਂ ਨੂੰ। ਉਦੋਂ ਮੋਦੀ ਜੀ ਮੁੱਖ ਮੰਤਰੀ ਸੀਗੇ। ਤਾਂ ਇਹ ਪਹਿਲੀ ਵਾਰ ਨਹੀਂ ਸੀ ਹੈਗਾ। ਇਹ ਜਾਣਬੁੱਝ ਕੇ ਇਹਨੂੰ ਉਛਾਲਿਆ ਗਿਆ ਔਰ ਇਸ ਕਿਸਮ ਦੇ ਸ਼ਬਦ ਵਰਤੇ ਗਏ ਵੀ ਮੈਂ ਬਚ ਕੇ ਆ ਗਿਆ। ਠੀਕ ਹੈ ਜੀ, ਉਹ ਸੀਗਾ ਸਾਰੀ ਆਪਣੀ ਜਿਹੜੀ ਕੁਰਸੀਆਂ ਵਿਹਲੀਆਂ ਸੀਗੀਆਂ ਵੀ ਉੱਤੇ ਕੋਈ ਡਿਬੇਟ ਹੁੰਦੀ। ਠੀਕ ਹੈ ਜੀ, ਤੇ ਜਾਂ ਵੀ ਲੋਕ ਕਿਸਾਨ ਇਹਨਾਂ ਦਾ ਵਿਰੋਧ ਕਿਉਂ ਕਰਦੇ ਆ, ਉਹਨੂੰ ਟਾਲਣ ਵਾਸਤੇ ਜਿਹੜਾ ਵਾ ਦੂਜੇ ਬੰਨੇ ਗੱਲ ਨੂੰ ਕਨਵਰਟ ਕੀਤਾ ਗਿਆ। ਜਿਹੜੇ ਲੋਕ ਕਹਿੰਦੇ ਸੀ ਵੀ ਇਹ ਵਿਕਾਸ ਵਾਸਤੇ ਜਾਂ ਕੁਝ ਦੇ ਜਾਣਾ ਸੀ ਪੰਜਾਬ ਨੂੰ, ਮੈਂ ਨਾਲੇ ਜੋੜਦਾ, ਉਹ ਗੁਜਰਾਤ ਦੇ ਵਿੱਚ ਤਾਂ ਉਹਨਾਂ ਨੂੰ 25-30 ਸਾਲ ਹੋ ਗਏ ਰਾਜ ਕਰਦਿਆਂ ਨੂੰ, ਬਕਾਇਦਾ ਗੁਜਰਾਤੀ ਨੇ। ਉਹ ਸਾਨੂੰ ਭਾਜਪਾ ਵਾਲੇ ਗੁਜਰਾਤ 'ਚ ਲੈ ਜਾਣ। ਉਹਨਾਂ ਦਾ ਗੁਜਰਾਤ ਮਾਡਲ ਵੇਖ ਲਈਏ। ਜੇ ਗੁਜਰਾਤ ਦੇ ਵਿੱਚ ਆਮ ਲੋਕਾਂ ਦਾ ਵਿਕਾਸ ਹੋ ਗਿਆ ਤਾਂ ਅਸੀਂ ਕਹਿੰਦੇ ਪ੍ਰਧਾਨ ਮੰਤਰੀ ਜੀ ਪੰਜਾਬ 'ਚ ਆ ਕੇ ਵੀ ਕੁਝ ਕਰ ਲੈਂਦੇ। ਅਸੀਂ ਕਦੋਂ ਕਹਿੰਦੇ ਉਹ ਨਾ ਕਰਨ। ਉਹ ਜਾਣਬੁੱਝ ਕੇ ਚੀਜ਼ਾਂ ਪਹਿਲਾਂ ਇਸ਼ਾਰੀਆਂ ਵੀ ਉਹਨਾਂ ਨੂੰ ਰੈਲੀ ਹੋਣ ਦਿੱਤੀ ਜਾਵੇ। ਅਸੀਂ ਕਹਿੰਦੇ ਤੁਸੀਂ ਵੀ ਰੈਲੀ ਕਰੋ, ਪਰ ਤੁਸੀਂ ਤਾਂ ਸਾਨੂੰ ਚਿੱਠੀ ਲਿਖ ਕੇ ਭਰੋਸਾ ਦਿੱਤਾ ਸੀ। ਤੁਸੀਂ ਉਹ ਪ੍ਰਧਾਨ ਮੰਤਰੀ ਜੇ 750 ਅਸੀਂ ਸ਼ਹੀਦ ਕਰਾ ਲਏ, ਇੱਕ ਸ਼ਬਦ ਤੱਕ ਨਹੀਂ ਬੋਲਿਆ। ਕਿਹੜੀ ਤੁਹਾਡੀ ਨੈਤਿਕਤਾ ਵਾ? ਉਵੇਂ ਕਹਿੰਦੇ ਪ੍ਰਧਾਨ ਮੰਤਰੀ ਦੇਸ਼ ਦੇ ਹੁੰਦੇ ਆ। ਜੇ ਵਾਕਿਆ ਹੀ ਦੇਸ਼ ਦੇ ਪ੍ਰਧਾਨ ਮੰਤਰੀ ਅਸੀਂ ਮੰਨਦੇ ਆ ਤਾਂ ਸਾਡੇ ਸ਼ਹੀਦਾਂ ਬਾਰੇ 2 ਸ਼ਬਦ ਵੀ ਨਹੀਂ ਬੋਲ ਸਕਦੇ। ਮੁਆਵਜ਼ਾ ਦੇਣ ਦੀ ਗੱਲ ਕਰ ਰਹੇ ਤੁਸੀਂ ਕਹਿ ਰਹੇ ਹੋ ਕਿ ਸ਼ਹੀਦਾਂ ਬਾਰੇ ਸ਼ਬਦ ਨਹੀਂ ਬੋਲ ਸਕਦੇ। ਉਹ ਕਹਿੰਦੇ ਅਸੀਂ ਖੇਤੀ ਕਾਨੂੰਨ ਰੱਦ ਕਰ ਦਿੱਤੇ, ਪ੍ਰਧਾਨ ਮੰਤਰੀ ਨੇ ਮੁਆਫੀ ਮੰਗ ਲਈ। ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਉਹ ਤਾਂ ਹੁਣ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਲਈ ਥਾਪੀਆਂ ਮਾਰੀ ਜਾਂਦੇ ਆ। ਉਹ ਕਹਿੰਦੇ ਕਿ ਸਾਡੇ ਨਾਲ ਕੈਪਟਨ ਵੀ ਰਲ ਗਿਆ, ਢੀਂਡਸਾ ਵੀ ਆ ਗਿਆ, ਡਬਲ ਇੰਜਨ ਦੀ ਸਾਡੀ ਸਰਕਾਰ ਹੋ ਗਈ ਹੈ। ਹੁਣ ਤੁਸੀਂ ਦੇਖਿਓ ਕਿ ਪੰਜਾਬ ਦੇ ਵਿੱਚ ਲੋਕ ਬਦਲਾਅ ਚਾਹੁੰਦੇ ਆ, ਭਲਾ ਚਾਹੁੰਦੇ ਆ ਪੰਜਾਬ ਦਾ, ਇਸ ਕਰਕੇ ਭਾਜਪਾ ਲੈ ਕੇ ਆਉਣਗੇ। ਫਿਰ ਉਹ ਦਾਅਵੇ ਕਿਵੇਂ ਕਰੀ ਜਾਂਦੇ ਆ? ਦੇਖੋ ਜੀ, ਕਿਸੇ ਨੂੰ ਵੀ ਖੁਸ਼ਫਹਿਮੀ 'ਚ ਰਹਿਣਾ ਹੋਵੇ ਰਹਿਣ ਦਿੱਤਾ ਜਾਵੇ, ਖਾਬ ਪੀਂਦਾ ਵੇਖਣ ਦਿੱਤੇ ਜਾਵੇ, ਪਤਾ ਲੱਗੂਗਾ ਵੀ ਯਾਰ ਕਿ ਜਿੰਨੇ ਉਮੀਦਵਾਰ ਖਿਲਾਰਦੇ ਉਹਨਾਂ 'ਚੋਂ ਜ਼ਮਾਨਤਾਂ ਕਿੰਨੀਆਂ ਬਚਦੀਆਂ ਨੇ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਈਡੀ ਤੋਂ ਜਾਂ ਆਪਦੇ ਜਾਇਦਾਦ ਬਚਾਉਣ ਲਈ ਜਾਂ ਪਿੱਛੇ ਕੀ ਉਹਨਾਂ ਦੇ ਲੌਜਿਕ ਨੇ ਤਾਂ ਪੰਜਾਬ ਦੇ ਲੋਕਾਂ ਦੀ ਪਿੱਠ 'ਚ ਛੁਰਾ ਮਾਰਿਆ। ਜਿਨ੍ਹਾਂ ਦੀ ਆਈਡੀਓਲੋਜੀ ਇਸ ਕਿਸਮ ਦੀ ਆ, ਨਾਗਪੁਰ ਦੀ, ਵੀ ਜਿਹੜੇ ਘੱਟ ਗਿਣਤੀਆਂ ਦੇ ਵਿਰੋਧੀ ਨੇ, ਜਿਹੜੇ ਦਲਿਤਾਂ ਦੀ ਤੇ ਸਵਰਨ ਜਾਤੀਆਂ ਦੀ ਰਾਜਨੀਤੀ ਕਰਦੇ, ਕੋ ਪੰਜਾਬ ਦਾ ਲੀਡਰ ਪੱਗ ਬੰਨ ਕੇ ਉਹਨਾਂ ਦੇ ਮਗਰ ਜਾਵੇ
ਇਹ ਤਾਂ ਲੱਗਦਾ ਹੀ ਨਹੀਂ ਹੈਗਾ। ਪਰ ਕੈਪਟਨ ਸਾਹਿਬ ਨੇ ਦੱਸਤਾ ਵੀ ਅਸੀਂ ਤਾਂ ਭਾਈ ਅੰਗਰੇਜ਼ਾਂ ਦੇ ਵੀ ਵਫਾਦਾਰ ਰਹੇ ਹਾਂ, ਮੁਗਲਾਂ ਦੇ ਵੀ ਰਹੇ ਹਾਂ, ਤੇ ਭਾਈ ਹੁਣ ਭਾਜਪਾ ਦੇ ਵੀ ਰਹਾਂਗੇ। ਇਹੀ ਸਾਡੇ ਪੰਥਕ ਇੱਕ ਲੀਡਰ ਦਾ ਕਹੇ ਜਾਣ ਨੂੰ ਉਹ ਪੰਥਕ ਨੇ, ਤੇ ਨਿੱਜੀ ਸਵਾਰਥਾਂ ਵਾਸਤੇ ਉਹ ਪੰਜਾਬ ਨੂੰ ਉਲਟ ਚਲੇ ਗਏ। ਫਿਰ ਵੀ ਜਮਹੂਰੀ ਹੱਕ ਆ, ਕੋਈ ਕਿਹਦੇ ਨਾਲ ਮਰਜ਼ੀ ਜਾਵੇ, ਪਰ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਲੋਕ ਭਾਜਪਾ ਨੂੰ ਔਰ ਭਾਜਪਾ ਦੇ ਨਾਲ ਬਣੇ ਗੱਠਜੋੜ ਨੂੰ ਮੂੰਹ ਲਾਉਣਗੇ। ਉਹਨਾਂ ਨੂੰ ਲੱਗਦਾ ਠੀਕ ਆ, ਉਹਨਾਂ ਮਗਰ ਕਾਰਪੋਰੇਟ ਘਰਾਣੇ ਆ, ਉਹ ਖੁੱਲਾ ਪੈਸਾ ਵਰਤਾ ਰਹੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ। ਜਰ ਖਰੀਦ ਲੀਡਰਸ਼ਿਪ ਵੱਡੇ ਨੇ, ਉਹ ਕਹਿੰਦੇ ਲੀਡਰਾਂ ਨੂੰ ਖਰੀਦ ਕੇ ਕੋਈ ਪੰਜਾਬ ਦੇ ਲੋਕਾਂ ਦਾ ਜ਼ਮੀਰ ਖਰੀਦ ਜਾਂਗੇ। ਜੇ ਅਸੀਂ ਲੋਕਾਂ ਨੂੰ ਹੱਥ ਬੰਨ ਕੇ ਆਖਿਆ ਵੀ ਇਹਨਾਂ ਦੀ ਰੈਲੀ 'ਚ ਨਾ ਜਾਓ, ਤੇ ਲੋਕਾਂ ਨੇ ਜ਼ਮੀਰ ਦੀ ਆਵਾਜ਼ ਸੁਣੀ, ਰੈਲੀ 'ਚ ਗਏ ਹੀ ਨਹੀਂ। ਜੇ ਲੋਕ ਰੈਲੀ 'ਚ ਨਹੀਂ ਗਏ ਤਾਂ ਵੋਟਾਂ ਵੀ ਨਹੀਂ ਪਾਉਣਗੇ, ਜਦੋਂ ਤੱਕ ਸਾਨੂੰ ਯਕੀਨ ਆ। ਬਾਕੀ ਚਲੋ ਇਹ ਉਹਨਾਂ ਦਾ ਆਪਸੀ ਟਕਰਾਅ ਆ, ਕੀ ਆ ਕੀ ਨਹੀਂਗਾ, ਪਰ ਭਾਜਪਾ ਖਾਬ ਨਾ ਦੇਖੇ ਜੋ ਉਹਨਾਂ ਨੇ ਸਾਡੇ ਨਾਲ ਕਮਾਇਆ ਆ ਜੀ। ਇਸ ਦੇ ਨਾਲ ਹੀ ਆਪਾਂ ਗੱਲਬਾਤ ਜਿਹੜੀ ਹੈ ਉਹ ਜਾਰੀ ਰੱਖਣੀ ਹੈ ਜੀ, ਕਿਉਂਕਿ ਅੱਗੇ ਆਪਾਂ ਇਹ ਜ਼ਿਕਰ ਕਰਨਾਗਾ ਕਿ ਕਿਹੜੀਆਂ ਸਿਆਸੀ ਪਾਰਟੀਆਂ ਤੁਹਾਨੂੰ ਲੱਗਦੀਆਂ ਹੈ, ਕਿਉਂਕਿ ਕਿਸਾਨ ਵੈਸੇ ਤਾਂ ਸਾਰੀਆਂ ਪਾਰਟੀਆਂ ਨੂੰ ਭੰਡਦੇ ਆ, ਪਰ ਕਿਹੜੀ ਇੱਕ ਪਾਰਟੀ ਆਪਾਂ ਨੂੰ ਲੱਗਦੀ ਹੈ ਕਿ ਜਿਹੜੀ ਸਭ ਤੋਂ ਮੂਹਰੇ ਰਹੂਗੀ ਔਰ ਜਿਹਦਾ ਅਸੀਂ ਕਹਿ ਸਕਦੇ ਹਾਂ ਕਿ ਉਹਦਾ ਸਾਥ ਦੇ ਸਕਦੇ ਹਾਂ, ਜਾਂ ਕਿਸਾਨਾਂ ਦਾ ਸਾਥ ਦੇਵਾਂਗੇ, ਉਹਨਾਂ ਦੀ ਜਿਹੜੀ ਪਾਰਟੀ ਬਣੀ ਹੈ। ਇਹ ਸਾਰੇ ਮੁੱਦੇ ਦੇ ਉੱਤੇ ਚਰਚਾ ਜਾਰੀ ਰੱਖਾਂਗੇ। ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਲਗਾਤਾਰ ਕਿਸਾਨ ਆਗੂ ਸਰਬਤ ਸਿੰਘ ਪੰਧੇਰ ਨਾਲ ਗੱਲਬਾਤ ਕਰ ਰਹੇ ਹਾਂ, ਕਿਉਂਕਿ ਕੱਲ ਦਾਅਵਾ ਕੀਤਾ ਜਾ ਰਿਹਾ ਕਿ ਜੰਡਿਆਲਾ ਗੁਰੂ ਦੇ ਵਿੱਚ ਇੱਕ ਵੱਡਾ ਇਕੱਠ ਕਿਸਾਨਾਂ ਦਾ ਫਿਰ ਹੋਵੇਗਾ। ਫਿਰ ਸਰਕਾਰਾਂ ਦੇ ਖਿਲਾਫ ਉਸੇ ਤਰ੍ਹਾਂ ਹੀ ਕਿਸਾਨ ਜਿਹੜੇ ਨੇ ਉਹ ਡਟਣਗੇ ਔਰ ਇਸ ਬਾਬਤ ਕੋਈ ਅੱਗੇ ਫੈਸਲਾ ਜਿਹੜਾ ਉਹ ਵੀ ਲਿਆ ਜਾ ਸਕਦਾ ਹੈ। ਉਸ ਮੁੱਦੇ ਦੇ ਉੱਤੇ ਵੀ ਜਿਹੜਾ ਸਵਾਲ ਕਰਾਂਗੇ ਔਰ ਉਹਦੇ 'ਤੇ ਵੀ ਜਵਾਬ ਲੈਂਦੇ ਹਾਂ ਕਿ ਕੀ ਇਸ ਤੋਂ ਬਾਅਦ ਕੁਝ ਨਵੀਂ ਰਣਨੀਤੀ ਕਿਸਾਨਾਂ ਦੇ ਵੱਲੋਂ ਲਿਖੀ ਜਾ ਸਕਦੀ ਹੈ। ਪੰਧੇਰ ਸਾਹਿਬ, ਕੀ ਕੱਲ ਜਿਹੜਾ ਇਕੱਠ ਕੀਤਾ ਜਾਣਾ ਉੱਥੇ ਸਰਕਾਰਾਂ ਦੇ ਖਿਲਾਫ ਕੋਈ ਅਗਲਾ ਐਕਸ਼ਨ ਵੀ ਵੱਡਾ ਲੀਕ ਸਕਦੇ ਹੋ ਤੁਸੀਂ? ਹਾਂ ਦੇਖੋ, ਇਹ ਵੀ ਸੰਭਾਵਨਾ ਵਾ, ਪਰ ਦੂਜਾ ਹੈਗਾ ਵੀ ਕੋਈ ਵੀ ਜਿਹੜੀ ਸਿਆਸੀ ਪਾਰਟੀ ਆ, ਮਤਲਬ ਇਸ ਪਰਫੇਕਟ ਨਾ ਵੇਖਿਆ ਜਾਏ। ਸਾਡੀ ਜਥੇਬੰਦੀ ਦਾ ਸੰਵਿਧਾਨ ਆ, ਵਿਧਾਨ ਆ। ਅਸੀਂ ਪਿਛਲੇ 20-21 ਸਾਲਾਂ ਤੋਂ ਪੰਜਾਬ ਦੇ ਵਿੱਚ ਅੰਦੋਲਨ ਦੀ ਪ੍ਰੈਕਟਿਸ ਤੇ ਆ, ਲੋਕਾਂ ਲਈ ਸੰਘਰਸ਼ ਕਰਦੇ ਆ। ਕਿਸੇ ਵੀ ਇਲੈਕਸ਼ਨਾਂ ਵਿੱਚ ਆਪਾਂ ਹਿੱਸਾ ਨਹੀਂ ਲੈਣਾ, ਇਹ ਸਾਡੀ ਜਥੇਬੰਦੀ ਦਾ ਸੰਵਿਧਾਨ ਆ, ਕਿਸੇ ਆਗੂ ਨੇ ਵੀ। ਦੂਜਾ ਨਾ ਕਿਸੇ ਦੀ ਸਪੋਰਟ ਕਰਨੀ। ਇੱਕ ਮਿੰਟ ਮੈਂ ਰੁਕਣਾ ਚਾਹੂੰਗਾ, ਇਹਦੇ ਤੇ ਆਪਾਂ ਅੱਗੇ ਚੱਲਦੇ ਹਾਂ, ਪਰ ਇਹ ਦੱਸ ਦਿਓ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਹਾਂ ਸੰਭਾਵਨਾ ਹੈਗੀ ਹੈ, ਉਹ ਕੀ ਸੰਭਾਵਨਾ ਆ? ਕੀ ਲਗਾਤਾਰ ਕਿਸੇ ਵੱਡੇ ਸੰਘਰਸ਼ ਨੂੰ ਲੀਕ ਰਹੇ ਹੋ ਜਾਂ ਕੋਈ ਹੋਰ ਸੰਭਾਵਨਾ, ਉਸ ਬਾਬਤ ਕੁਝ ਦੱਸ ਸਕਦੇ ਹੋ? ਨਹੀਂ ਦੇਖੋ, ਇਹ ਤਾਂ ਸ਼ਾਮਾਂ ਨੂੰ ਸੂਬਾ ਕਮੇਟੀ ਦੀ ਮੀਟਿੰਗ ਹੋਣੀ ਆ। ਸੰਘਰਸ਼, ਅਸੀਂ ਸੰਘਰਸ਼ਾਂ ਦਾ ਸੱਦਾ ਦੇਣਾ ਖੁੱਲਾ ਹੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਮੰਗਾਂ ਮਸਲੇ ਰਹਿ ਰਹੇ, ਉਹਦੇ ਲਈ ਜਥੇਬੰਦੀ ਸੰਘਰਸ਼ਰਤ ਰਹੂਗੀ। ਸਪੈਸੀਕਲ ਕੋਈ ਹੋਊਗਾ ਤਾਂ ਕੱਲ ਹੀ ਹੋਊਗਾ। ਠੀਕ ਹੈ। ਤੁਸੀਂ ਜਿਹੜੀ ਗੱਲ ਕਹਿ ਰਹੇ ਸੀਗੇ ਅਸੀਂ ਕਿਸੇ ਸਿਆਸਤ ਦੇ ਵਿੱਚ ਨਹੀਂ ਜਾਣਾਗਾ, ਤੁਸੀਂ ਇਹ ਦੱਸੋ ਕਿ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਉਹ ਕਿਹੜੀ ਸਿਆਸੀ ਪਾਰਟੀ ਹੈ ਪੰਜਾਬ ਦੀ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਲੱਗਦੀ ਹੈ, ਹਾਲਾਂਕਿ ਕਿਸਾਨ ਆਗੂ ਸਾਰਿਆਂ ਨੂੰ ਹੀ ਭੰਡਦੇ ਆ ਕਿ ਨਹੀਂ ਚੰਗੀਆਂ ਨਹੀਂ ਰਹੀਆਂ ਸਰਕਾਰਾਂ, ਸਿਆਸੀ ਪਾਰਟੀਆਂ ਚੰਗੀਆਂ ਨਹੀਂ, ਇਸ ਕਰਕੇ ਅੱਜ ਸਾਨੂੰ ਇਹ ਵੇਖਣੇ ਪੈ ਰਹੇ ਆ ਜਾਂ ਸਾਨੂੰ ਦਿੱਲੀ ਦੀਆਂ ਬਰੂਹਾਂ ਤੇ ਧਰਨੇ ਲਗਾਉਣੇ ਪਏ ਆ? ਕਿਹੜੀ ਇੱਕ ਇਸ ਤਰ੍ਹਾਂ ਦੀ ਪਾਰਟੀ ਤੁਹਾਨੂੰ ਲੱਗਦੀ ਹੈ ਕਿ ਇਹ ਬਾਕੀਆਂ ਦੇ ਨਾਲੋਂ ਚੰਗੀ ਹੈ ਔਰ ਇਹਦਾ ਅਸੀਂ ਸਮਰਥਨ ਕਰ ਸਕਦੇ ਹਾਂ? ਦੇਖੋ, ਮੈਨੂੰ ਨਹੀਂ ਲੱਗਦਾ ਦੇਸ਼ ਦੀਆਂ ਜਮਾ ਸਾਰੀਆਂ ਹੀ ਪਾਰਟੀਆਂ, ਕੱਲਾ ਇਹ ਨਹੀਂ ਕਹਿੰਦੇ, ਦੇਸ਼ ਵਿੱਚ ਜਿੰਨਾ ਇਲੈਕਸ਼ਨਾਂ ਲੜ ਲਈਆਂ, ਜਿਹਨਾਂ ਨੂੰ ਦੇਖ ਲਿਆ ਜਾਂ ਉਹਦੇ ਤੋਂ ਵੀ ਕੋਈ ਵੀ ਪਾਰਟੀ ਇਹ ਨਹੀਂ ਕਹਿ ਸਕਦੀ ਵੀ ਜਿਹੜੀਆਂ ਵਰਲਡ ਬੈਂਕ ਦੀਆਂ ਨੀਤੀਆਂ ਵਾ ਉਹਨੂੰ ਅਸੀਂ ਲਾਗੂ ਨਹੀਂ ਕਰਾਂਗੇ ਜਾਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਅਸੀਂ ਲਾਗੂ ਨਹੀਂ ਕਰਾਂਗੇ। ਅਸੀਂ ਤਾਂ ਲੋਕਾਂ ਦੀਆਂ ਪੱਖ ਵਾਲੀਆਂ ਨੀਤੀਆਂ ਬਣਾਵਾਂਗੇ। ਜਿਹੜੀ ਮਰਜ਼ੀ ਸਰਕਾਰ ਆ ਜੇ, ਨੀਤੀਆਂ ਉਹਨਾਂ ਦੀਆਂ ਹੀ ਲਾਗੂ ਕਰਦੇ ਨੇ। ਇਸ ਕਰਕੇ ਅਸੀਂ ਕਹਿੰਦੇ ਵੀ ਤੁਸੀਂ ਪਿਛਲੇ ਤਜਰਬੇ ਵੇਖ ਲਓ, ਜਦੋਂ ਕਾਂਗਰਸ ਦੇ ਬਾਅਦ ਜਨਤਾ ਦਲ ਆ ਗਿਆ, ਕ੍ਰਾਂਤੀ ਸੀ ਕਹਿੰਦੇ, ਉਹ ਕੁਛ ਵੀ ਨਹੀਂ ਕਰ ਸਕਿਆ। ਅਸਾਮ ਦੀ ਸਟੂਡੈਂਟ ਲਹਿਰ ਤੋਂ ਬਾਅਦ ਸਰਕਾਰ ਬਣ ਗਈ, ਕੁਛ ਨਾ ਕਰ ਸਕੀ। ਪੱਛਮੀ ਬੰਗਾਲ ਦੇ ਕਾਮਰੇਟਾਂ ਨੇ 35 ਸਾਲ ਇਨਕਲਾਬ ਦੇ ਨਾਂ ਤੇ ਰਾਜ ਕਰ ਲਿਆ, ਉੱਥੇ ਨਾ ਹੋਇਆ। ਕਾਂਗਰਸ ਤੋਂ ਬਾਅਦ ਜਨਤਾ ਦਲ ਤੋਂ ਬਾਅਦ ਭਾਜਪਾ ਆਈ, ਇੱਕ ਇਨਕਲਾਬੀ ਬਦਲ ਲੈ ਕੇ ਕਹਿੰਦੇ ਵੀ ਇਹ ਬਦਲ ਦੂਗੀ ਸਾਰਾ ਕੁਝ, ਉਹ ਫਿਰ ਵੀ ਕੁਛ ਨਾ ਹੋਇਆ। ਤਾਂ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ। 19-21 ਦੇ ਫਰਕ ਨਾਲ ਕੋਈ ਥੋੜਾ ਵਧੀਆ ਚਾਰ ਪੈਸੇ ਉਹ ਕਹਿੰਦਾ ਜੀ ਮੈਂ ਵੱਧ, ਦੂਜਾ ਕਹਿੰਦਾ ਮੈਂ ਇਹ ਤੋਂ ਵੱਧ। ਕਿਸੇ ਕੋਲ ਕੋਈ ਆਸ ਨਹੀਂ ਤੇ ਨਾ ਅਸੀਂ ਕਿਸੇ ਦੀ ਸਪੋਰਟ ਕਰਨੀ। ਜਦੋਂ ਸਾਡਾ ਸੰਵਿਧਾਨ ਆ ਵੀ ਅਸੀਂ ਕਿਸੇ ਸਿਆਸੀ ਪਾਰਟੀ ਦੀ ਹਮਾਇਤ ਨਹੀਂ ਕਰਨੀ ਹੈਗੀ, ਕੋਈ ਹੋਵੇ ਭਾਵੇਂ ਮੈਂ ਇਲੈਕਸ਼ਨ ਲੜਾ, ਮੇਰੀ ਜਥੇਬੰਦੀ ਕਦੀ ਮੈਨੂੰ ਨਾ ਸਪੋਰਟ ਕਰੂਗੀ, ਮੈਨੂੰ ਤਾਂ ਪਹਿਲਾਂ ਮੁੱਢਲੀ ਮੈਂਬਰ ਚੋਂ ਬਾਹਰ ਕੱਢੂ।
ਵੀ ਭਾਈ ਜੇ ਇਲੈਕਸ਼ਨ ਲੜਨੀ ਹੈ ਜਥੇਬੰਦੀ ਜਵਾਬ ਦਿਓ। ਜਿਹੜੀਆਂ ਗੱਲਾਂ ਤੁਸੀਂ ਕੀਤੀਆਂ, ਤੁਸੀਂ ਕਹਿੰਦੇ ਹੋ ਕਿ ਜਿਹੜੇ ਕਿਸਾਨ ਨੇ ਉਹਨਾਂ ਦੀ ਗੱਲ ਕੋਈ ਨਹੀਂ ਸੁਣਦਾਗਾ, ਉਹਨਾਂ ਦੇ ਖਿਲਾਫ ਸਾਰੇ ਪਾਰਟੀਆਂ ਜਿਹੜੀਆਂ ਉਹ ਜ਼ੋਰ ਲਗਾਉਂਦੀਆਂ, ਕਾਰਪੋਰੇਟ ਦੀ ਗੱਲ ਉਹ ਸੁਣਦੀਆਂ, ਪਰ ਇੱਕ ਤੁਹਾਡੇ ਵਿੱਚੋਂ ਹੀ ਨਿਕਲੀ ਹੋਈ ਪਾਰਟੀ ਹੈ ਸੰਯੁਕਤ ਸਮਾਜ ਮੋਰਚਾ ਜਾਂ ਗੁਰਨਾਮ ਸਿੰਘ ਸਟੂਡੀ ਉਹਨਾਂ ਦੀ ਜਥੇਬੰਦੀ, ਜਿਹੜੇ ਇਕੱਠੇ ਹੋ ਕੇ ਰਲ ਰਹੇ ਆ, ਤੇ ਜਦੋਂ ਉਹ ਇਲੈਕਸ਼ਨ ਲੜਨਗੇ ਜੇਕਰ ਉਹ ਜਿੱਤ ਜਾਂਦੇ ਆ ਤਾਂ ਉਹ ਥੋੜੀ ਕਿਸਾਨਾਂ ਦੇ ਖਿਲਾਫ ਨੀਤੀਆਂ ਲੈ ਕੇ ਆਉਣਗੇ, ਫਿਰ ਤੁਸੀਂ ਉਹਨਾਂ ਦੀ ਸਪੋਰਟ ਵੀ ਨਹੀਂ ਕਰ ਰਹੇ। ਦੇਖੋ ਉਹ ਦੱਸਣ ਨਾ, ਉਹ ਤਾਂ ਪਹਿਲੀ ਗੱਲ ਤੇ ਉਹਨਾਂ ਦਾ ਸਪੋਰਟ ਆ। ਮੈਨੂੰ ਲੱਗਦਾ ਕੋਈ ਵੀ ਜਿੱਤ ਗਿਆ ਜੇ, ਜਿਹੜੇ ਅਸੀਂ ਖੇਤੀ ਕਾਨੂੰਨਾਂ ਬਾਅਦ ਲੜੇ ਆਪਾਂ ਕੇਂਦਰ ਨਾਲ, ਜਿਹੜੇ ਇੱਥੇ 117 ਨੂਰੀ ਕੁਸ਼ਤੀ ਵਾਲੇ ਸਾਡੇ ਪੰਜਾਬ ਸੀ, ਇਹਨਾਂ ਕੀ ਭਲਾ ਮਦਦ ਕਰਤੀ ਸਾਡੀ ਉੱਥੇ। ਜੇ ਤਾਂ ਇਹ ਪੰਜਾਬ ਵਾਲਿਆਂ ਦੇ ਕੋਈ ਹੁੰਦਾ ਨਾ ਪੰਜਾਬ ਸਰਕਾਰ ਦੇ ਪੱਲੇ ਤੋਂ ਕਰ ਦਿੰਦੀ, ਸਾਨੂੰ ਲੜਨ ਦੀ ਲੋੜ ਨਾ ਪੈਂਦੀ। ਇਹਨਾਂ ਕੋਲੇ ਹੋਊਗਾ ਕਿ ਇਹ ਸਰਕਾਰ ਵੀ ਬਣਾਉਣ, ਨੀਤੀ ਤਾਂ ਆਖਰ ਉਹਨਾਂ ਦੀ ਲਾਗੂ ਕਰਨੀ ਆ। ਠੀਕ ਹੈ ਜੀ। ਜਿਹੜੇ ਵਿਧਾਨ ਸਭਾ ਦੇ ਵਿੱਚ ਕੈਪਟਨ ਅਮਰਿੰਦਰ ਨੇ ਜਾਂ ਉਹਨੇ ਨੇ ਜਿਹੜੇ ਸੈਸ਼ਨ ਦੇ ਵਿੱਚ ਉਹ ਮਤਾ ਪਾਸ ਕੀਤਾ ਇਹਨਾਂ ਦੇ ਵਿਰੁੱਧ, ਉਹ ਸੈਕਸ਼ਨ ਇਹ ਕਹਿੰਦਾ ਸੀ ਵੀ ਤੁਸੀਂ ਕਾਨੂੰਨ ਲਾਗੂ ਕਰ ਸਕਦੇ, ਤੁਸੀਂ ਕੇਂਦਰ ਦਾ ਕਾਨੂੰਨ ਰੱਦ ਨਹੀਂ ਕਰ ਸਕਦੇ, ਤੁਹਾਡੇ ਕੋਲ ਤਾਕਤ ਹੀ ਕੋਈ ਨਹੀਂ ਹੈਗੀ। ਤਾਂ ਉਹ ਸੰਭਵ ਹੀ ਨਹੀਂ ਹੋਣਾ। ਚਲੋ ਫਿਰ ਵੀ ਇਹਨਾਂ ਗੱਲਾਂ ਦਾ ਜਵਾਬ ਉਹ ਦੇ ਸਕਦੇ ਆ। ਅਸੀਂ ਤਾਂ ਜੋ ਵਿਧਾਨ ਨੂੰ ਪੜ੍ਹਦੇ ਆ, ਅਮਲ ਚੋਂ ਦੇਖਿਆ ਉਹਨਾਂ ਨੇ ਕਿਹੜੇ ਕਾਰਨਾਂ ਨੂੰ ਪਾਈ, ਉਹ ਕਹਿੰਦੇ ਅਸੀਂ ਕਰਕੇ ਵਿਖਾਉਣਾ। ਇਹ ਆਉਣ ਵਾਲੇ ਸਮੇਂ 'ਚ ਸਾਰਾ ਕੁਝ ਸਾਫ਼ ਹੋ ਜਾਊਗਾ। ਪਰ ਜੇ ਤੁਸੀਂ ਕਹਿੰਦੇ ਹੋ ਕਿ ਸਾਡੀ ਜਥੇਬੰਦੀ ਇੱਕ ਵੱਡੀ ਜਥੇਬੰਦੀ ਹੈ, ਸਾਡੇ ਨਾਲ ਕਾਫੀ ਕਿਸਾਨ ਜੁੜੇ ਹੋਏ ਹੈ, ਜਿਵੇਂ ਤੁਸੀਂ ਦਾਅਵਾ ਕਰ ਰਹੇ ਹੋ ਕਿ ਉੱਥੇ ਬਹੁਤ ਵੱਡਾ ਇਕੱਠ, ਜਿਹੜਾ ਲੱਖਾਂ ਦਾ ਇਕੱਠ ਹੋ ਜਾਣਾ ਹੈ ਜੰਡਿਆਲਾ ਗੁਰੂ ਦੇ ਵਿੱਚ, ਫਿਰ ਇਹ ਲੱਖਾਂ ਦੀ ਜਿਹੜੀ ਵੋਟ ਹੈ ਉਹ ਕਿਹੜੇ ਪਾਸੇ ਭੁਗਤੇਗੀ? ਫਿਰ ਉਹ ਵੀ ਤਾਂ ਜ਼ਰੂਰੀ ਹੈ ਨਾ, ਵੋਟ ਤਾਂ ਕਿਤੇ ਨਾ ਕਿਤੇ ਪਾਣੀ ਪਏਗੀ। ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਤਾਂ ਹਰੇਕ ਦਾ ਹੱਕ ਹੈ, ਔਰ ਜ਼ਰੂਰੀ ਵੀ ਹੁੰਦਾ ਕਿ ਉਹ ਵੋਟ ਆਪਣੀ ਭੁਗਤਾਵੇ ਕਿਸੇ ਨਾ ਕਿਸੇ ਨੂੰ। ਤੇ ਫਿਰ ਵੋਟ ਜਿਹੜੀ ਆ ਉਹ ਕਿੱਧਰ ਜਾਊਗੀ? ਇੰਨੀ ਵੱਡਾ ਵੋਟ ਬੈਂਕ, ਉਹਨੂੰ ਖਰਾਬ ਵੀ ਨਹੀਂ ਨਾ ਕਰ ਸਕਦੇ। ਦੇਖੋ ਜਥੇਬੰਦੀ ਇਹ ਫੈਸਲਾ ਹੀ ਨਹੀਂ ਕਰਦੀ, ਉਹ ਤਾਂ ਇਹ ਸਮਝਦੀ ਆ ਵੀ ਕੋਈ ਵੀ ਸਿਆਸੀ ਬੰਦਾ ਤੁਹਾਡੀ ਵੋਟਾਂ ਲੈਣ ਦੇ ਹੱਕਦਾਰ ਨਹੀਂਗਾ, ਜੋ ਉਹਦਾ ਕਿਰਦਾਰ ਰਿਹਾ। ਹੁਣ ਇਹ ਵੋਟ ਪਾਉਣੀ ਆ ਨਹੀਂ ਪਾਉਣੀ ਆ, ਕਿਹਨੂੰ ਪਾਉਣੀ ਆ, ਇਹਦੇ ਵਾਸਤੇ ਕਿਸਾਨ ਆਜ਼ਾਦ ਆ। ਉੱਤੇ ਸਾਡੇ ਅਸੀਂ ਤਾਂ ਉਸ ਲੱਖਾਂ ਦੇ ਇਕੱਠ ਨੂੰ, ਉਸ ਜਿਹੜਾ ਲੱਖਾਂ ਲੋਕਾਂ ਦਾ ਦਬਾਅ ਆ, ਉਹ ਸਰਕਾਰਾਂ ਤੇ ਪਾ ਕੇ ਲੋਕਾਂ ਦੇ ਮਸਲੇ ਹੱਲ ਕਰਾਉਣ ਵਾਲੇ ਪਾਸੇ ਜਾਵਾਂਗੇ, ਜਿਹੜਾ ਸਾਡਾ ਕੰਮ ਹੈਗਾ। ਔਰ ਲੋਕਾਂ ਦੀ ਏਕਤਾ ਬਣਾਈ ਰੱਖਾਂਗੇ ਵੀ ਟੁੱਟੇ ਨਾ। ਜੇ ਆਪਾਂ ਗੱਲ ਕਰੀਏ ਬਾਕੀ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਨੇ ਇਸੇ ਤਰ੍ਹਾਂ, ਜਿਵੇਂ ਤੁਸੀਂ ਐਲਾਨ ਕੀਤਾ ਕਿ ਅਸੀਂ ਕਿਸੇ ਸਿਆਸੀ ਪਾਰਟੀ ਦੇ ਨਾਲ ਨਹੀਂ ਜੁੜਨਾ, ਉਸੇ ਤਰ੍ਹਾਂ ਉਹ ਵੀ ਐਲਾਨ ਕਰ ਰਹੇ ਕਿ ਅਸੀਂ ਜਿਹੜੀ ਇਹ ਸਾਡੇ ਵਿੱਚੋਂ ਟੁੱਟ ਕੇ ਸਿਆਸੀ ਬਣ ਗਏ ਹੈ, ਅਸੀਂ ਇਹਨਾਂ ਦੇ ਨਾਲ ਨਹੀਂ ਜੁੜਨਾ। ਤਾਂ ਫਿਰ ਕੀ ਲੱਗਦਾ ਹੈ ਕਿ ਅੱਗੇ ਜਦੋਂ ਸੰਘਰਸ਼ ਲੜਨ ਦੀ ਲੋੜ ਪਊਗੀ, ਜੇਕਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਬਣਿਆ ਸੀਗਾ ਤਾਂ ਉਹ ਉਹਨਾਂ ਨੂੰ ਪਾਸੇ ਕਰ ਦਿੰਦਾ, ਲਾਂਭੇ ਕਰ ਦਿੰਦਾ? ਜਿਵੇਂ ਤੁਸੀਂ ਵੀ ਉੱਥੇ ਇੱਕ ਪਾਸੇ ਬੈਠੇ ਨੇ, ਤੁਸੀਂ ਇਹਨਾਂ 32 ਜਥੇਬੰਦੀਆਂ ਦੇ ਵਿੱਚ ਨਹੀਂ ਸੀ, ਤੁਹਾਡਾ ਅਲੱਗ ਇੱਕ ਮੋਰਚਾ ਲੱਗਿਆ ਹੋਇਆ ਸੀਗਾ, ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਦੋਂ ਇਹ ਏਕਾ ਟੁੱਟ ਜਾਂਦਾ ਹੈ, ਕਿਉਂਕਿ ਕੱਲ ਨੂੰ ਜੇ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ, ਉਹ ਕਹਿਣਗੇ ਵੀ ਨਹੀਂ ਤੁਸੀਂ ਪਾਸੇ ਰਹੋ, ਤੁਸੀਂ ਤਾਂ ਸਿਆਸੀ ਹੋ, ਤੇ ਉਹ ਹੋਊਗਾ ਜਿੰਨੀ ਗਿਣਤੀ ਵਿੱਚ ਲੋਕ ਹੋਣਗੇ ਉਸ ਜਥੇਬੰਦੀ ਦੇ ਜਿਹੜੇ ਆਗੂ ਕਹਿ ਲਓ ਜਾਂ ਉਹਨਾਂ ਦੇ ਨਾਲ ਜਿਹੜੇ ਕਿਸਾਨ ਜੁੜੇ ਹੋਣਗੇ, ਤਾਂ ਉਹਨਾਂ ਦਾ ਸਮਰਥਨ ਵੀ ਫਿਰ ਉਹਨਾਂ ਨੂੰ ਨਹੀਂ ਮਿਲੂਗਾ ਜਿਹੜੇ ਉੱਥੇ ਸਰਕਾਰਾਂ ਦੇ ਖਿਲਾਫ ਆਡਾ ਲਾਉਣ ਦੇ ਲਈ ਜਾਣਗੇ। ਗਿਣਤੀ ਤਾਂ ਮੈਟਰ ਕਰਦੀ ਹੈ ਨਾ, ਜੇ ਇਕੱਠ ਵੱਡਾ ਹੋਊਗਾ ਸਰਕਾਰਾਂ ਵੀ ਫਿਰ ਹੀ ਸੁਣਦੀਆਂ। ਦੇਖੋ ਮੈਂ ਕਹਿੰਦਾ ਵੀ ਤੁਹਾਡਾ ਜਿਹੜਾ ਅੰਦੋਲਨ ਹੁੰਦਾ ਉਹ ਕਿਸੇ ਨੀਤੀ ਤੇ, ਕਿਸੇ ਅਸੂਲਾਂ ਤੇ, ਕੋਈ ਤੁਸੀਂ ਲੋਕਾਂ 'ਚ ਭਰੋਸਾ ਬਣਾ ਕੇ ਲੜਦੇ ਹੁੰਦੇ ਹੋ। ਜਦੋਂ ਵੀ ਜਥੇਬੰਦੀਆਂ ਕਿੰਨੀਆਂ ਹੋਣ ਨਾ ਹੋਣ ਇਹ ਮੈਟਰ ਨਹੀਂ ਕਰਦਾ, ਜਦੋਂ ਤੁਹਾਡੇ ਤੇ ਲੋਕ ਭਰੋਸਾ ਕਰਦੇ ਨੇ, ਠੀਕ ਹੈ, ਤਾਂ ਫਿਰ ਤੁਸੀਂ ਅੰਦੋਲਨ ਜਿੱਤ ਜਾਂਦੇ ਹੁੰਦੇ ਹੋ। ਤੁਸੀਂ ਗਿਣਤੀ ਪੱਖੋਂ ਭਾਵੇਂ ਬਹੁਤ ਜ਼ਿਆਦਾ ਹੋਵੋ, ਮੈਟਰ ਕਰਦਾ। ਜੇ ਲੋਕ ਤੁਹਾਡੇ ਤੇ ਭਰੋਸਾ ਨਾ ਕਰਨ, ਠੀਕ ਹੈ, ਉਹ ਫਿਰ ਅੰਦੋਲਨ ਨਹੀਂ ਰਹਿੰਦਾ ਹੁੰਦਾ। 26 ਤੋਂ ਬਾਅਦ ਅਸੀਂ ਦੇਖਿਆ ਲੋਕਾਂ ਦਾ ਭਰੋਸਾ ਟੁੱਟਿਆ। ਕਿੰਨਾ ਤੇ ਟੁੱਟਿਆ? ਸਾਡੇ ਤੇ ਨਹੀਂ ਟੁੱਟਿਆ, ਅਸੀਂ ਤੱਕ ਨਹੀਂ ਕਹਿੰਦੇ ਵੀ ਟੁੱਟਿਆ, ਸਾਡੇ ਨਾਲ ਤਾਂ ਬਹੁਤ ਕੈਡਰ ਤੇ ਅਸੀਂ ਖੜਿਆ ਵੀ, ਠੀਕ ਹੈ। ਅੱਛਾ, ਤਾਂ ਇਸ ਕਰਕੇ ਆ ਵੀ ਅਸੀਂ ਸਾਨੂੰ ਅਸੂਲਾਂ ਤੇ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ। ਅਸੀਂ ਨਹੀਂ ਕਹਿੰਦੇ ਕਿਸੇ ਨੂੰ ਕੱਢਿਆ ਜਾਵੇ ਬਿਨਾਂ, ਜਿਹੜਾ ਸਾਡੇ ਅਸੂਲਾਂ ਤੇ ਖੜਾ ਹੋਵੇ, ਲੋਕਾਂ ਲਈ ਖਰਾ ਲੜਨ ਨੂੰ ਤਿਆਰ ਹੋਵੇ, ਲੋਕਾਂ ਲਈ ਸੰਘਰਸ਼ ਕਰਨ ਨੂੰ ਤਿਆਰ, ਉਹਨਾਂ ਦੇ ਨਿੱਜੀ ਮਫਾਦ ਕੋਈ ਵੀ ਨਾ ਹੋਣ ਆਪਣੇ, ਉਹਨਾਂ ਨੂੰ ਲਿਆ ਜਾਣਾ ਚਾਹੀਦਾ, ਕੋਈ ਵੀ ਹੋਣ, ਕੋਈ ਪਰਸਨ ਹੋਵੇ। ਹਾਂ, ਜਿਹੜੇ ਅੰਦੋਲਨ ਦੇ ਵਿੱਚੋਂ, ਜਦੋਂ ਲੋਕ ਲਹਿਰ ਦੇ ਵਿੱਚੋਂ ਤੁਹਾਨੂੰ ਸਨਮਾਨ ਮਿਲਦਾ, ਤੁਸੀਂ ਛੋਟੇ ਆਗੂ, ਜੇ ਤੁਹਾਡਾ ਐਡਾ ਵੱਡਾ ਕੱਦ ਬਣ ਜਾਂਦਾ, ਉਸ ਕੱਦ ਨੂੰ ਫਿਰ ਆਪਣੇ ਨਿੱਜੀ ਮਫਾਦਾਂ ਲਈ ਵਰਤਦਾ, ਮੈਨੂੰ ਨਹੀਂ ਲੱਗਦਾ ਵੀ ਉਹ ਆਉਣੇ ਚਾਹੀਦੇ। ਇਹ ਲੋਕਾਂ ਦੇ ਭਲੇ 'ਚ ਨਹੀਂ ਹੋਊ। 5 ਤਰੀਕ ਨੂੰ ਜਦੋਂ ਪ੍ਰਧਾਨ ਮੰਤਰੀ ਦੀ ਰੈਲੀ ਸੀ, ਪ੍ਰਧਾਨ ਮੰਤਰੀ ਇੱਥੇ ਆ ਰਹੇ ਸੀ, ਤੁਹਾਡੀ ਜਥੇਬੰਦੀ
ਲਗਾਤਾਰ ਫਿਰੋਜ਼ਪੁਰ ਦੇ ਵੱਖ-ਵੱਖ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਸੜਕਾਂ ਤੇ ਬਾਰ-ਬਾਰ 15 ਕਿਲੋਮੀਟਰ 20 ਕਿਲੋਮੀਟਰ ਦੂਰੀ ਦੇ ਉੱਤੇ ਉਹ ਰੁਕੇ ਹੋਏ ਸੀ, ਤੁਹਾਡੀ ਜਥੇਬੰਦੀ ਰੁਕੀ ਹੋਈ ਸੀ। ਕੋਸ਼ਿਸ਼ ਪ੍ਰਸ਼ਾਸਨ ਨਾਲ ਇਹ ਚੱਲਦੀ ਰਹੀ ਕਿ ਤੁਸੀਂ ਰਾਹ ਖਾਲੀ ਕਰ ਦਿਓ, ਤੁਸੀਂ ਆਖਦੇ ਸੀ ਕਿ ਅਸੀਂ ਤਾਂ ਰਾਹ ਰੋਕੇ ਨਹੀਂ ਹੈ, ਸਾਨੂੰ ਪੁਲਿਸ ਨੇ ਜਿਹੜੇ ਨਾਕੇ ਲਗਾ ਕੇ ਰਸਤਾ ਸਾਡਾ ਰੋਕਿਆ ਹੋਇਆ ਔਰ ਇਸੇ ਕਰਕੇ ਸਾਨੂੰ ਸੜਕ ਦੇ ਉੱਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਭ ਦੇ ਵਿਚਾਲੇ ਉਹਨਾਂ ਦੇ ਨਾਲ ਗੱਲਬਾਤ ਵੀ ਚੱਲਦੀ ਰਹੀ, ਭਾਜਪਾ ਆਗੂਆਂ ਦੇ ਨਾਲ ਵੀ ਤੁਹਾਡੀ ਜਥੇਬੰਦੀ ਦੀ ਗੱਲਬਾਤ ਹੁੰਦੀ ਰਹੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੀਟਿੰਗ ਜਿਹੜੀ ਆ ਉਹ ਤੁਹਾਡੀ ਤੈਅ ਕਰਾ ਦਿੱਤੀ ਗਈ ਹੈ। ਇਸ ਬਾਬਤ ਇੱਕ ਚਿੱਠੀ ਵੀ ਪਹੁੰਚੀ ਸੀ ਉੱਥੇ ਔਰ ਉਸ ਤੋਂ ਬਾਅਦ ਇੱਕ ਹੋਰ ਚਿੱਠੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿਹਦੇ ਵਿੱਚ ਸ਼ਾਇਦ ਕੋਈ ਮੰਗਾਂ ਜਿਹੜੀਆਂ ਤੁਹਾਡੀਆਂ ਸੀਗੀਆਂ। ਹੁਣ ਇਹ ਦੱਸੋ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜਿਹੜੀ ਮੀਟਿੰਗ ਤੁਹਾਡੀ ਤੈਅ ਹੋਈ ਸੀ ਉਹ ਮੀਟਿੰਗ ਉਸੇ ਤਰ੍ਹਾਂ ਹੋਵੇਗੀ, ਨਹੀਂ ਹੋਵੇਗੀ, ਜਾਂ ਜਿਹੜੀ ਬਾਅਦ ਦੇ ਵਿੱਚ ਚਿੱਠੀ ਦੀ ਉਡੀਕ ਤੁਸੀਂ ਕਰ ਰਹੇ ਸੀ ਉਹ ਤੁਹਾਡੇ ਕੋਲੇ ਪਹੁੰਚੀ ਸੀਗੀ, ਉਹਦੇ ਵਿੱਚ ਕੀ ਮੰਗਾਂ ਸੀ ਕਿ ਨਹੀਂ ਪਹੁੰਚੀ ਸੀ ਉਹ? ਦੇਖੋ, ਪਹਿਲੀ ਗੱਲ ਤਾਂ ਅਗਰ ਸੀ ਵੀ ਆਪਾਂ ਕੁਝ ਸਾਡੇ ਭਰਾਵਾਂ ਨੇ ਡੀਸੀ ਦਫ਼ਤਰਾਂ 'ਚ ਕੀਤਾ ਸੀ ਵੀ ਐਲਾਨ ਜਾਂ ਪੁਤਲੇ ਫੂਕ ਕੇ ਆਪਾਂ ਕਰਾਂਗੇ। ਆਪਾਂ ਕੀਤਾ ਸੀ ਵੀ ਮੋਦੀ ਜੀ ਦੀ ਰੈਲੀ ਨਹੀਂ ਹੁੰਦੀ, ਅਸੀਂ ਰੈਲੀ ਨਹੀਂ ਹੁੰਦੇ। ਸਾਡਾ ਪਲਾਨ ਸੀ, ਅਸੀਂ 5 ਨੂੰ ਨਹੀਂ 4 ਤਰੀਕ ਨੂੰ ਪਿੰਡਾਂ 'ਚੋਂ ਨਿਕਲ ਗਏ ਸੀ। ਸਾਡੇ 4 ਜੱਥੇ ਫਾਜ਼ਿਲਕੇ ਤੋਂ, 2 ਮੋਗੇ ਤੋਂ ਤੇ ਇੱਕ ਤਰਨਤਾਰਨ ਤੋਂ, ਉਹ ਰਾਹ 'ਚ ਰੈਲੀ ਵੱਲ ਨੂੰ ਵਧਿਆ ਉਹਨਾਂ ਨੇ ਰੋਕੇ ਸੀਗੇ। ਠੀਕ ਹੈ ਜੀ, ਜਿੱਥੇ ਜਿੱਥੇ ਰੋਕੇ ਸੀ ਉੱਥੇ ਜਾਮ ਲੱਗ ਗਏ ਸੀ ਔਰ ਫਿਰ ਉਹ ਸਾਰੀ ਰਾਤ ਜਿਹੜੀ ਟਰੈਕਟਰਾਂ ਦੀ ਵੀਡੀਓ ਵਾਇਰਲ ਹੋਈ ਪੂਰੀ ਦੁਨੀਆ 'ਚ ਗਈ ਔਰ ਅਸੀਂ ਇਹਦੋਂ ਪਹਿਲਾਂ ਲਗਾਤਾਰ ਅਪੀਲ ਕਰੀ ਜਾਂਦੇ ਸੀ ਵੀ ਤੁਸੀਂ ਉਹਨਾਂ ਦੀ ਰੈਲੀ 'ਚ ਜਾਣ ਤੋਂ ਪਹਿਲਾਂ 750 ਸ਼ਹੀਦ ਕਿਸਾਨਾਂ ਨੂੰ ਜ਼ਰੂਰ ਯਾਦ ਕਰਿਓ, ਜਾਓ। ਪਰ ਅਸੀਂ ਕਹਿੰਦੇ ਨਾ, ਇੱਕ ਮੌਸਮ ਤਾਂ ਲੋਕ ਇੱਕ ਵੱਡਾ ਹਿੱਸਾ ਆਇਆ ਨਹੀਂ ਸੀਗਾ ਉਹਨਾਂ ਦੀ ਰੈਲੀ ਵਿੱਚ। ਸਾਡੇ ਨਾਲ 2:30 ਵਜੇ ਉਹ ਕਹਿੰਦੇ ਵੀ ਜਦੋਂ ਅਸੀਂ ਤੁਹਾਡੀ ਯਾਰ ਗੱਲ ਮੰਨ ਲਾਂਗੇ। ਅਸੀਂ ਇੱਕ ਦੱਸੋ ਕੀ ਮੰਨਦੇ ਜੇ? ਲਖੀਮਪੁਰ ਖੀਰੀ ਤੇ ਕੇਂਦਰੀ ਮੰਤਰੀ ਨੇ ਕੁਝ ਨਹੀਂ ਸੀ ਸਾਨੂੰ ਕਿਹਾ, ਠੀਕ ਹੈ, ਜਿਹੜੇ ਉੱਥੇ ਸੀਗੇ। ਉਹਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਤੁਹਾਡਾ 15 ਜਨਵਰੀ ਤੱਕ ਐਮਐਸਪੀ ਤੇ ਕਮੇਟੀ ਬਣਾ ਦਿੰਦੇ, ਟਾਈਮ ਬਾਉਂਡ ਕਰ ਦਿੰਦੇ ਆ, ਕੇਸ 21 ਜਨਵਰੀ ਤੱਕ ਲੈ ਜਾਂਦੇ ਆ ਔਰ ਇਹ ਜਿਹੜਾ ਪੋਲੂਸ਼ਨ ਵਾਲਾ ਸਾਨੂੰ ਦੇ ਦਿੱਤਾ ਸੀ ਵੀ ਅਸੀਂ ਕਰ ਦਿੱਤਾ ਵਾ। ਅਸੀਂ ਕਿਹਾ ਚੱਲ ਠੀਕ ਆ। ਫਿਰ ਕਹਿੰਦੇ ਤੁਹਾਡੀ ਗੱਲ ਕਰਵਾ ਦਿੰਦੇ ਆ, ਪਰ ਗੱਲ ਉਹਨਾਂ ਦੀ ਅਸੀਂ ਬਾਅਦ ਚ ਕਰਾਵਾਂਗੇ। ਅਸੀਂ ਕਹਿੰਦੇ ਮੌਕੇ ਦੇ ਦਿਓ। ਪੰਜਾਬ ਸਰਕਾਰ ਫਸੀ ਹੋਈ ਸੀ, ਪੰਜਾਬ ਸਰਕਾਰ ਵਿੱਚ ਪਈ, ਉਹਦਾ ਪ੍ਰਿੰਸੀਪਲ ਸੈਕਟਰੀ ਪਿਆ ਚੀਫ ਪੰਜਾਬ ਵੀ ਮੈਂ ਰਿਕੁਐਸਟ ਕਰਦਾ ਪ੍ਰਧਾਨ ਮੰਤਰੀ ਜੀ ਨੂੰ ਤੁਹਾਡੇ ਨਾਲ ਗੱਲ ਕਰਕੇ ਤੇ ਮਸਲਾ ਨਿਬੇੜਿਆ ਜਾਏ। ਉਹਨੇ ਆਪਣੇ ਵੱਲੋਂ ਸੈਂਟਰ ਦੇ ਬੰਦੇ ਨਾਲ ਗੱਲ ਕਰਕੇ ਸਾਨੂੰ ਚਿੱਠੀ ਲਿਖ ਦਿੱਤੀ। ਉਵੇਂ ਪੰਜਾਬ ਸਰਕਾਰ ਸੈਂਟਰ ਦੀ ਮੀਟਿੰਗ ਤੈਅ ਨਹੀਂ ਕਰ ਸਕਦੀ। ਠੀਕ ਹੈ ਜੀ, ਅਸੀਂ ਕਿਹਾ ਚਲੋ ਅਸੀਂ ਪੋਜ਼ਿਟਿਵ ਆ, ਜੇ ਤੁਸੀਂ ਕੁਝ ਕਰ ਲਓ ਤਾਂ ਅਸੀਂ ਤੁਹਾਡੇ ਨਾਲ ਵੀ ਨਿਬੜਨ ਨੂੰ ਤਿਆਰ ਆ, ਵੀ ਸਾਡੇ ਤਾਂ ਮਸਲੇ ਹੱਲ ਕਰਾਉਣ ਨਾਲ ਸਾਨੂੰ ਇਸ਼ੂ ਹੈਗਾ। ਉਹ ਮੁੜ ਕੇ ਲੈਟਰ ਹੈਡ ਦੀ ਗੱਲ ਹੋਈ ਵੀ ਜਿਹੜਾ ਆਪਣਾ ਮੰਤਰੀ ਸਾਹਿਬ ਆਏ ਨੇ ਵਾਟਰ ਵਾਲੇ, ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ, ਉਹ ਜਿਹੜੇ ਆ ਉਹ ਲੈਟਰ ਹੈਡ ਤੇ ਲਿਖ ਕੇ ਦੇਣਗੇ। ਉਹਦੇ ਚ ਮੁੜ ਕੇ ਦੇਰੀ, ਜਦੋਂ ਉਹਨਾਂ ਨੂੰ ਰਿਪੋਰਟ ਮਿਲ ਗਈ ਵੀ ਬੰਦੇ ਤਾਂ ਆ ਹੀ ਨਹੀਂ ਰਹੇ, ਠੀਕ ਆ, ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਸਵੇਰ ਦਾ ਟਾਈਮ ਦਿੰਦੇ ਆ। 2:30 ਵਜੇ ਅਸੀਂ ਕਿਹਾ ਵੀ ਅਸੀਂ ਸ਼ਾਇਦ ਵੀ ਤੁਸੀਂ ਮੈਂ ਸੜਕ ਦੇ ਸਾਈਡ ਤੇ ਬਹਿ ਜਾਂਦੇ ਹਾਂ, ਤੁਸੀਂ ਗੱਲ ਕਰ ਲਓ। ਜੇ ਸਵੇਰੇ ਸਾਨੂੰ, ਅਸੀਂ ਜਦੋਂ ਵੇਖਿਆ 8 ਵਜੇ ਤੱਕ ਮਸਲੇ ਕਲੀਅਰ ਨਹੀਂ ਹੋਏ, ਸਵੇਰੇ ਚੱਲ ਅਸੀਂ 10:30 ਵਜੇ ਪੂਰੇ ਪੰਜਾਬ ਦੀ ਸੜਕ ਜਾਮ ਕਰਨ ਦਾ ਫੈਸਲਾ ਕਰਿਆ। ਤੁਹਾਡੇ ਸਾਹਮਣੇ ਸਿਰਫ ਫਿਰੋਜ਼ਪੁਰ ਸੀ, ਠੀਕ ਆ। ਅਸੀਂ 10:30 ਵਜੇ ਪੂਰਾ ਪੰਜਾਬ ਚਾਰਜ ਜਾਮ ਕਰਤਾ ਵੀ ਭਾਈ ਤੁਹਾਡਾ ਸਮਝੌਤਾ ਸਾਡੇ ਨਾਲ ਨਹੀਂ ਖਰਾ ਹੈਗਾ, ਠੀਕ ਆ। ਉਹਦੀ ਜਦ ਚ ਉਹਨਾਂ ਦੇ ਆਵਾਜਾਈ ਦੇ ਰੁਕਾਵਟ ਪਈ ਗਏ ਆ। ਅਸੀਂ ਕਿਹਾ ਸਾਡਾ ਵਿਰੋਧ, ਅਸੀਂ ਉੱਥੇ ਤਕਰੀਬਨ 10:30 ਤੋਂ ਲੈ ਕੇ 1 ਵਜੇ ਤੱਕ ਆਪਦਾ ਪ੍ਰੋਗਰਾਮ ਕੀਤਾ, 1:45 ਤੱਕ, ਠੀਕ ਆ। ਫਿਰ ਅਸੀਂ ਕਿਹਾ ਵੀ ਠੀਕ ਆ ਤੁਸੀਂ ਜਾਓ ਆਪਦੀ ਰੈਲੀ। ਉਹਨੇ ਚਿਰ ਨੂੰ ਪ੍ਰਧਾਨ ਮੰਤਰੀ ਉੱਥੋਂ ਹੋ ਕੇ ਵਾਪਸ ਚਲੇ ਗਏ। ਇਹ ਸਾਡਾ ਜੋ ਅਸੀਂ ਕਿਹਾ ਉਹੀ ਕੀਤਾ, ਠੀਕ ਆ। ਜਿਹੜੇ ਭਰਾ ਸਾਡੇ ਬੱਸਾਂ ਦੇ ਲਾਗੇ ਖਲੋਤੇ ਸੀ ਉਹਨਾਂ ਨਾਲ ਹੱਥ ਜੋੜ ਕੇ ਵੀ ਮਨਾਇਆ ਸਾਡੇ ਨਾਲ, ਵੈਸੇ ਵੀ ਅਸੀਂ ਤੁਹਾਡੇ ਲਈ ਲੜ ਰਹੇ, ਸਾਡਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਤੁਸੀਂ ਬਚਪਨ ਨੂੰ ਪਸੰਦ ਕਰਦੇ, ਤੁਹਾਡੀ ਵੀ ਖੁਸ਼ੀ ਹੈ, ਤੁਹਾਨੂੰ ਹੱਕ ਹੈ ਜਮਹੂਰੀ, ਪਰ ਅਸਲ ਵਿੱਚ ਆਹ ਕਾਰਨ ਹੈ। ਅਸੀਂ ਬੜੇ ਤਰੀਕੇ ਨਾਲ ਸਾਰਾ ਪ੍ਰੋਗਰਾਮ ਨੂੰ ਸਿਰੇ ਲਾਤਾ, ਠੀਕ ਆ। ਉਹਨਾਂ ਨੂੰ ਵਾਰਾ ਖਾਂਦਾ ਸੀ, ਉਹਨਾਂ ਨੇ ਗੱਲਬਾਤ ਸਿਰੇ ਨਾਲ, ਉਹਨਾਂ ਨੇ ਜਦੋਂ ਵੇਖਿਆ ਵੀ ਸਾਡੀ ਤਾਂ ਰੈਲੀ ਰਾਤ ਰਿਪੋਰਟਾਂ ਚੋਂ ਵੀ ਫੇਲ ਹੋ ਗਈ ਤਾਂ ਪਿੱਛੇ ਹਟ ਗਏ ਸਵੇਰੇ। ਉਹ ਨਹੀਂ, ਜੇ ਸਰਕਾਰ ਸਾਨੂੰ ਸਾਰਾ ਕੁਝ ਮੰਨਦੀ, ਸਾਡਾ ਅਣਖ ਦਾ ਸਵਾਲ ਥੋੜਾ ਸੀ ਵੀ ਹਰ ਹਾਲ ਦੇ ਵਿੱਚ ਅਸੀਂ ਐਂ ਕਰਦੇ ਹੁੰਦੇ, ਪਰ ਠੀਕ ਆ, ਜਦੋਂ ਸਿਰੇ ਨਾਲ ਲੱਗੀ ਗੱਲ, ਅਸੀਂ ਫਿਰ ਸਵੇਰੇ ਆਪਦਾ ਐਕਸ਼ਨ ਕਰਕੇ ਜਿਹੜਾ ਵਾ ਉਹ ਰੈਲੀ ਕਿਹਾ ਸੀ ਵੀ ਨਹੀਂ ਹੋਣ ਦੇਣੀ, ਤਾਂ ਅਸੀਂ ਉਹਨੂੰ ਨਹੀਂ ਹੋਣ ਦੇ। ਹਾਂ, ਪ੍ਰਧਾਨ ਮੰਤਰੀ ਉੱਥੇ ਆ ਸਕਦੇ ਸੀ, ਪ੍ਰਧਾਨ ਮੰਤਰੀ ਜਾਣਬੁੱਝ ਕੇ ਵਾਪਸ ਮੁੜੇ ਕਿਉਂਕਿ ਉਹਨੂੰ ਦੇਦਾ ਵੀ ਅਗਲੇ ਬੰਨੇ ਕੁਰਸੀਆਂ ਵਿਹਲੀਆਂ, ਤਾਂ ਉਹ ਜੇ ਹੁੰਦੇ ਤਾਂ ਉਹ 1 ਲੱਖ ਦੇ ਵਿੱਚੋਂ ਜੇ ਉੱਥੇ ਬੰਦਾ 2000 ਚਲਾ ਗਿਆ ਤੇ ਕੀ ਬਣਦਾ ਉਹਨਾਂ ਦਾ, ਠੀਕ ਹੈ ਜੀ। ਤਾਂ ਸਵਾਲ ਸੀ ਵੀ ਲੋਕ ਆਏ ਨਹੀਂ ਹੈਗੇ, ਮੌਸਮ ਨੇ ਵੀ ਉਹ ਪੋਜੀਸ਼ਨ ਨੂੰ ਮਾਰਿਆ, ਬਸ ਆ ਪੱਖ ਸੀਗਾ। ਪ੍ਰਧਾਨ ਮੰਤਰੀ ਨਾਲ ਜਿਹੜੀ ਮੀਟਿੰਗ ਦੀ ਗੱਲ ਹੋ ਰਹੀ ਸੀ ਉਹ ਹੁਣ ਹੈਗੀ ਹੈ ਕਿ ਨਹੀਂ ਹੈਗੀ? ਹਾਂ, ਪੰਜਾਬ ਸਰਕਾਰ ਦੇ ਚੀਫ ਸੈਕਟਰੀ ਦੀ ਚਿੱਠੀ ਸਾਡੇ ਕੋਲ ਹੈਗੀ ਆ। ਸਾਨੂੰ ਅਸੀਂ ਕਹਿੰਦੇ ਹੁੰਦੇ ਆ, ਕਦੀ ਉਹਨਾਂ ਨੂੰ ਐਲਾਨ ਕਰ ਦਿੰਦੇ, ਦੇਖੋ ਮੀਟਿੰਗਾਂ ਕਰਨ ਦਾ ਸ਼ੌਂਕ ਨਹੀਂ ਹੈਗਾ ਨਾ, ਅਸੀਂ ਉਹਨਾਂ ਚੋਂ ਵੀ ਸਾਨੂੰ ਮੀਟਿੰਗ ਦਿਓ, ਮਸਲੇ ਹੱਲ ਕਰਾਉਣਾ ਚਾਹੁੰਦੇ। ਜੇ ਪ੍ਰਧਾਨ ਮੰਤਰੀ ਚਾਹਣਗੇ ਮੀਟਿੰਗ ਕਰਨਗੇ ਅਸੀਂ ਜਾਵਾਂਗੇ, ਨਹੀਂ ਕਰਨਗੇ ਉਹਨਾਂ ਦੀ ਮਰਜ਼ੀ ਆ। ਲੋਕ ਲਹਿਰ ਆ,
ਇਹ ਮਸਲੇ ਵੀ ਹੱਲ ਕਰਾਉਣਗੇ, ਸਾਰਾ ਕੁਝ ਕਰਾ ਲੈਣਗੇ। ਪਰਚੇ ਬਥੇਰੇ ਹੋਏ ਪਹਿਲਾਂ ਉੱਥੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਹੁੰਦੇ ਰਹੇ, ਉਹਨਾਂ ਨੂੰ ਲੈ ਕੇ ਹਾਲੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਮਸਲਾ ਜਿਹੜਾ ਉਹ ਵਿੱਚੇ ਚੱਲ ਰਿਹਾ ਹੈ। ਤੇ ਉਸ ਤੋਂ ਬਾਅਦ ਹੁਣ ਇੱਥੇ 5 ਤਰੀਕ ਨੂੰ ਜਿਹੜੇ ਪਰਚੇ ਦਰਜ ਹੋ ਗਏ ਕਿਸਾਨਾਂ ਦੇ ਉੱਤੇ। ਹੁਣ ਤੁਸੀਂ ਜਿਹੜੀ ਰੈਲੀ ਕਰਨ ਜਾ ਰਹੇ ਹੋ, ਕਿ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਲਈ ਹੈ? ਕਿਉਂਕਿ ਕੋਵਿਡ ਮਹਾਮਾਰੀ ਦੇ ਵਿੱਚ ਇਕੱਠ ਦੇ ਉੱਤੇ ਪਾਬੰਦੀ ਲਗਾਈ ਹੋਈ ਹੈ। ਵੈਸੇ ਵੀ ਉਹਨਾਂ ਨੇ ਕਿਹਾ ਕਿ ਇਕੱਠ ਜਿਹੜਾ ਉਹ ਕਰਨਾ ਨਹੀਂ ਹੈ, ਤੇ ਤੁਸੀਂ ਜੇ ਇਕੱਠ ਇੰਨਾ ਵੱਡਾ ਕਰਦੇ ਹੋ ਤੇ ਮੈਨੂੰ ਲੱਗਦਾ ਫਿਰ ਪ੍ਰਸ਼ਾਸਨ ਤੁਹਾਡੇ ਤੇ ਕਾਰਵਾਈ ਕਰੂਗਾ। ਫਿਰ ਤਿਆਰ ਹੋ ਪਰਚਿਆਂ ਦੇ? ਦੇਖੋ, ਜਦੋਂ ਕਰੋਨਾ ਦੇ ਦੌਰ ਵਿੱਚ ਜਿਹੜੇ 3 ਕਾਲੇ ਕਾਨੂੰਨ ਲਿਆਂਦੇ ਸੀ, ਤੁਸੀਂ ਜੇ ਸਾਨੂੰ ਵੇਖੋ, ਅਸੀਂ ਤਾਂ ਕਰੋਨਾ ਕਾਲ 'ਚ ਹੀ ਲੱਗੇ ਰਹੇ। ਸਾਡੇ ਤਾਂ ਘੱਟੋ ਘੱਟ 100 ਪਰਚਾ ਹੋਊਗਾ ਪੰਜਾਬ, ਔਰ ਪੰਜਾਬ ਸਰਕਾਰ ਨੇ ਵਾਪਸ ਲਏ। ਅਜੇ RPF ਵਾਲੇ ਹੈਗੇ ਸੈਂਟਰ ਦੇ, ਪਰਚਿਆਂ ਦਾ ਨਹੀਂ ਕੋਈ ਅੰਤ ਹੈਗਾ। ਇਹ ਸਾਡੇ ਲੋਕਾਂ ਲਈ ਖਰਾ ਅੰਦੋਲਨ ਲੜਨ ਦੀ ਨਿਸ਼ਾਨੀ ਹੈ। ਅਸੀਂ ਖਰੇ ਲੜਦੇ ਹਾਂ, ਕਰ ਲੈਣ। ਅਸੀਂ ਤਾਂ ਕਹਿੰਦੇ ਹਾਂ ਵੀ ਜੇ ਕਰੋਨਾ ਮਹਾਮਾਰੀ ਓਮਿਕਰੋਨ ਹੈ ਤਾਂ ਇਹਦੇ ਲਈ ਕੋਈ ਸਿਹਤ ਵਿਵਸਥਾ ਵਧੀਆ ਕੀਤੀ ਜਾਵੇ ਨਾ। ਤੁਹਾਡੇ WHO ਦਾ ਬਿਆਨ ਆ ਗਿਆ ਵੀ ਤੁਸੀਂ ਲੋਕਾਂ ਦੇ ਪਾਬੰਦੀਆਂ ਵੜ ਕੇ ਮਸਲੇ ਦਾ ਹੱਲ ਨਹੀਂ ਕਰ ਸਕਦੇ, ਤਾਂ ਇਹ ਪਾਬੰਦੀਆਂ ਵੜ ਰਹੇ। ਜਾਂ ਸਾਨੂੰ ਕੋਈ ਖਰਚ ਪਾਣੀ ਪੂਰਾ ਦੇ ਦੇ। ਸਾਡੇ ਘਰਾਂ ਦੇ ਹਾਲਾਤ ਐ, ਅਸੀਂ ਘਰਾਂ 'ਚ ਹੀ ਰਹਾਂਗੇ। ਸਾਨੂੰ ਦੇਣਾ ਤੁਸੀਂ ਕੁਛ ਨਹੀਂ, ਘਰਾਂ 'ਚ ਤਾੜ ਕੇ ਸਾਡੀ ਆਰਥਿਕਤਾ ਅੱਗੇ ਮਰੀ ਪਈ, ਕਿਵੇਂ ਕਰੋਗੇ? ਅਸੀਂ ਤਾਂ ਲੋਕਾਂ ਲਈ ਰੈਲੀ ਕਰਨੀ ਆ, ਠੀਕ ਹੈ, ਕਰ ਰਹੇ। ਅਸੀਂ ਕਦੇ ਵੀ ਇਹ ਸਰਕਾਰ, ਅਸੀਂ ਕਹਾਂਗੇ ਤੁਸੀਂ ਰੇਲ ਡੱਕਣੀ, ਸਰਕਾਰ ਸਾਨੂੰ ਇਜਾਜ਼ਤ ਦੇਊਗੀ। ਅਸੀਂ ਕਹਿੰਦੇ ਤੁਹਾਡੇ ਵਿਰੁੱਧ ਅਸੀਂ ਲੋਕਾਂ ਕੋ ਜੋ ਲੋਕਤੰਤਰ ਵਿੱਚ ਇਜਾਜ਼ਤ ਲੈ ਕੇ ਕਰਨੀ ਹੈ, ਤੇ ਕੌਣੀ ਸਰਕਾਰ ਸਾਨੂੰ ਇਜਾਜ਼ਤ ਦਊਗੀ ਤੁਸੀਂ ਵੀ ਸਾਡੇ ਵਿਰੁੱਧ ਪ੍ਰੋਗਰਾਮ ਕਰੋ? ਤਾਂ ਇਹ ਲੋਕਾਂ ਦੀ ਲਹਿਰ ਆ, ਲੋਕਾਂ ਲਈ ਲੜੇ ਜਾਣਾ। ਇਹਦੇ ਲਈ ਅਸੀਂ ਕਦੀ ਸਰਕਾਰਾਂ ਦੀ ਇਜਾਜ਼ਤ ਦੇ ਮੁਹਤਾਜ ਨਹੀਂ ਰਹੇ। ਤੇ ਇਹ ਠੀਕ ਹੈ, ਸਰਕਾਰ ਆਪਣਾ ਪੱਧਰ ਕਰੀ ਜਾਵੇ। ਸਾਡਾ ਮਨੋਰਥ ਪਾਕ ਪਵਿੱਤਰ ਹੈ ਵੀ ਲੋਕਾਂ ਲਈ ਮਸਲੇ ਲੜਨਾ, ਅਸੀਂ ਲੜਾਂਗੇ। ਜੇ ਸਰਕਾਰ ਹੱਲ ਨਹੀਂ ਕਰਦੀ, ਪੰਜਾਬ ਸਰਕਾਰ ਖਿਲਾਫ ਵੀ ਤੁਸੀਂ ਪ੍ਰਦਰਸ਼ਨ ਕਰਨਾ, ਤੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਸਿਆਸਤਦਾਨਾਂ ਦਾ ਵਿਰੋਧ ਜਿਹੜਾ ਤੁਹਾਡੀ ਜਥੇਬੰਦੀ ਵੱਲੋਂ ਸ਼ੁਰੂ ਕਰ ਦਿੱਤਾ ਜਾਊਗਾ? ਨਹੀਂ, ਇਹ ਵਿਚਾਰ ਦੇ ਇਸ਼ੂ ਨੇ। ਇਹ ਤਾਂ ਜਦੋਂ ਸ਼ਾਮ ਨੂੰ ਟੀਮ ਬਹੂਗੀ, ਉਹ ਟੀਮ ਬੈਠ ਕੇ ਸਾਰੇ ਮਸਲਿਆਂ ਬਾਰੇ ਕਰੂਗੀ ਕਿ ਅਸੀਂ ਕਿਸ ਕਿਸਮ ਦਾ ਅਗਲਾ ਰਣਨੀਤੀ ਅਪਣਾਉਣੀ ਹੈ। ਜੀ ਪੰਦੇਰ ਸਾਹਿਬ, ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ। ਕਾਫੀ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ, ਔਰ ਫਿਰ ਜੁੜਾਂਗੇ, ਫਿਰ ਕਿਸੇ ਮੁੱਦੇ ਦੇ ਉੱਤੇ ਗੱਲਬਾਤ ਜਿਹੜੀ ਹੈ ਉਹ ਕਰਾਂਗੇ। ਸਤਿ ਸ੍ਰੀ ਅਕਾਲ ਜੀ, ਧੰਨਵਾਦ। ਧੰਨਵਾਦ। ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸੀਗੇ। ਔਰ ਕੱਲ ਯਾਨੀ ਕਿ 26 ਜਨਵਰੀ ਨੂੰ ਇੱਕ ਵੱਡਾ ਇਕੱਠ ਜੰਡਿਆਲਾ ਗੁਰੂ ਦੇ ਵਿੱਚ ਕਰਨ ਦਾ ਦਾਅਵਾ ਇਹਨਾਂ ਨੇ ਕੀਤਾ ਹੈ। ਕਿਸਾਨ ਇੱਕ ਵਾਰ ਫਿਰ ਇਕੱਠੇ ਹੋ ਰਹੇ ਨੇ ਸਰਕਾਰਾਂ ਦੇ ਖਿਲਾਫ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਸਰਕਾਰਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ। ਔਰ ਇੱਕੋ ਇੱਕ ਤਰੀਕਾ ਹੈ ਕਿ ਇਸੇ ਤਰ੍ਹਾਂ ਇਕੱਠ ਕੀਤੇ ਜਾਣ, ਸੰਘਰਸ਼ ਵਿੱਢੇ ਜਾਣ, ਤਾਂ ਜੋ ਸਰਕਾਰਾਂ ਜਿਹੜੀਆਂ ਨੇ ਇਹਨਾਂ ਦੀ ਗੱਲਾਂ ਮੰਨਣ ਦੇ ਲਈ ਮਜਬੂਰ ਹੋ ਜਾਣ, ਜਿਸ ਤਰ੍ਹਾਂ ਖੇਤੀ ਕਾਨੂੰਨ ਰੱਦ ਕਰਨ ਦੇ ਲਈ ਹੋ ਗਈਆਂ ਸੀ। ਕਿੰਨਾ ਕੁ ਇਕੱਠ ਹੁੰਦਾ, ਕਿੰਨੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉੱਥੇ ਪਹੁੰਚਦੇ ਆ, ਉੱਥੇ ਕੀ ਐਲਾਨ ਕੀਤੇ ਜਾਂਦੇ ਨੇ, ਕੀ ਸਿਆਸਤਦਾਨਾਂ ਦੇ ਖਿਲਾਫ ਰਣਨੀਤੀ ਘੜੀ ਜਾਂਦੀ ਹੈ, ਇਹ ਜ਼ਰੂਰ ਵੇਖਣ ਵਾਲੀ ਤੇ ਵਿਚਾਰਨ ਵਾਲੀ ਗੱਲ ਹੋਊਗੀ। ਕੱਲ ਜਿਸ ਤਰ੍ਹਾਂ ਦੇ ਫੈਸਲੇ ਹੁੰਦੇ ਆ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਫਿਲਹਾਲ ਦੇ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ੍ਰੀ ਅਕਾਲ।